ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਟਾਂਡਾ, ਤੇ ਟਾਂਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ। ਕੁਝ ਗਾਵਾਂ ਨੂੰ ਕਿਸੇ ਵੱਲੋਂ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਉੱਥੇ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ ਤੇ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਸੜਕ ਬੰਦ ਕਰ ਦਿੱਤੀ ਗਈ ਸੀ। ਤਾਂ ਉਸ ਤੋਂ ਬਾਅਦ ਅੱਜ ਉੱਥੇ ਸਥਾਨਕ ਹਿੰਦੂ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਤਾਂ ਸ਼ਹਿਰ ਬੰਦ ਸੀ ਲਗਭਗ, ਪਰ ਇੱਕ ਬੜੀ ਮੰਦਭਾਗੀ ਘਟਨਾ ਸ਼ਹਿਰ 'ਚ ਵਾਪਰੀ ਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪ੍ਰਭਾਤ ਚੌਂਕ ਇੱਕ ਜਗ੍ਹਾ ਪੈਂਦੀ ਆ, ਉੱਥੇ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਨੌਜਵਾਨ ਨੇ ਜੋ ਡਾਕਟਰੀ ਦਾ ਕਿੱਤਾ ਕਰਦੇ ਨੇ, ਜਿਨ੍ਹਾਂ ਦਾ ਕਲੀਨਿਕ ਆ ਡਾਕਟਰ ਮੁਹੰਮਦ ਸ਼ਾਹਿਦ ਨੇ ਰੋਜ਼ਾਨਾ ਵਾਂਗ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ। ਤੇ ਉਹਨਾਂ ਇਹ ਜਾਣਕਾਰੀ ਮਿਲੀ ਆ ਕਿ ਬੰਦ ਕਰਵਾ ਰਹੇ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਡਾਕਟਰ ਮੁਹੰਮਦ ਸ਼ਾਹਿਦ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦਾ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਤੇ ਪੁਲਿਸ ਤੱਕ ਮਾਮਲਾ ਗਿਆ ਹੈ। ਹਸਪਤਾਲ 'ਚੋਂ ਜ਼ੇਰੇ ਇਲਾਜ ਨੇ ਤੇ ਪੁਲਿਸ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਆ। ਤਾਂ ਇਹ ਕਿਵੇਂ ਘਟਨਾ ਵਾਪਰੀ, ਇਹ ਕਿਉਂਕਿ ਬੜੀ ਮੰਦਭਾਗੀ ਘਟਨਾ ਆ ਕਿ ਕਿਵੇਂ ਇੱਕ ਖਾਸ ਧਰਮ ਦੇ ਵਿਅਕਤੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ, ਜੋ ਕਿ ਡਾਕਟਰੀ ਦਾ ਜੋ ਕਿੱਤਾ ਆ ਉਹ ਆਪਣਾ ਕਿੱਤਾ ਰੋਜ਼ਾਨਾ ਵਾਂਗ ਕਰ ਰਹੇ ਸੀ। ਤਾਂ ਇਹ ਘਟਨਾ ਕਿਵੇਂ ਵਾਪਰੀ, ਅਸੀਂ ਡਾਕਟਰ ਸ਼ਾਹਿਦ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਭੀੜ ਨੇ ਹਮਲਾ ਕੀਤਾ। ਤਾਂ ਡਾਕਟਰ ਸ਼ਾਹਿਦ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਇਸ ਵੇਲੇ ਲਾਈਨ 'ਤੇ ਅਵੇਲੇਬਲ ਹੋ? ਹਾਂਜੀ, ਕਿਵੇਂ ਘਟਨਾ ਵਾਪਰੀ? ਸਾਡੇ ਤੱਕ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕੀਤਾ ਆ ਕਿ ਜਿਸ ਤਰ੍ਹਾਂ ਤੁਹਾਡੇ 'ਤੇ ਕੁਝ ਲੋਕ ਹਮਲਾ ਕਰ ਰਹੇ ਨੇ ਤੇ ਤੁਹਾਡੀਆਂ ਹੌਸਪੀਟਲ ਦੇ ਵਿੱਚ ਤੁਸੀਂ ਜ਼ੇਰੇ ਇਲਾਜ ਹੋ, ਤੁਹਾਡੇ ਸਿਰ 'ਤੇ ਸੱਟ ਵੱਜੀ ਆ, ਤਾਂ ਇਹ ਕੀ ਘਟਨਾ ਵਾਪਰੀ ਜੀ? ਇਹ ਆਪਣੀ ਐਕਚੁਅਲੀ ਇਦਾਂ ਸੀਗਾ ਜਿੱਦਾਂ ਰੂਟੀਨ ਦੇ ਵਿੱਚ ਆਪਾਂ ਜਿੱਦਾਂ ਸ਼ੌਪ ਖੋਲੀ ਦੀ ਹੈ, ਆਪਾਂ ਸ਼ੌਪ ਉਦਾਂ ਹੀ ਖੋਲੀ ਸੀਗੀ ਮਾਰਨਿੰਗ ਆ ਕੇ। ਤੇ ਜਿਹੜੇ ਇਹਨਾਂ ਦੇ ਲੀਡਰ ਸੀਗੇ, ਇਹਨਾਂ ਦੇ ਜਿਹੜੇ ਪ੍ਰਧਾਨ ਸੀਗੇ, ਉਹਨਾਂ ਨਾਲ ਸੁਬਾਹ ਗੱਲ ਕੀਤੀ ਵੀ ਕਲੀਨਿਕ ਆਪਣੀ ਮੈਡੀਕਲ ਲਾਈਨ ਬੰਦ ਨਹੀਂ ਹੈ। ਉਹ ਕਹਿੰਦੇ ਜੀ ਤੁਸੀਂ ਖੋਲ ਸਕਦੇ ਹੋ, ਤੁਹਾਨੂੰ ਕੋਈ ਡਿਸਟਰਬ ਨਹੀਂ ਕਰੂਗਾ। ਆਪਾਂ ਉਹਨਾਂ ਤੋਂ ਪੁੱਛ ਕੇ ਫਿਰ ਸ਼ੌਪ ਸਾਰੇ ਆਲੇ ਦੁਆਲੇ ਪੁੱਛ ਕੇ ਸ਼ੌਪ ਓਪਨ ਕੀਤੀ। ਸ਼ੌਪ ਓਪਨ ਕਰਨ ਤੋਂ ਬਾਅਦ ਆਪਾਂ ਜਿੱਦਾਂ ਪੇਸ਼ੈਂਟ ਦੇਖ ਰਿਹਾ ਸੀਗਾ, ਮੈਂ ਰੂਟੀਨ ਦੇ ਵਿੱਚ ਜਿੱਦਾਂ ਪੇਸ਼ੈਂਟ ਦੇਖ ਕੇ ਹਟੇ ਆ, ਉਹ ਤੋਂ ਬਾਅਦ ਪ੍ਰੋਡਕਟ ਆਇਆ ਬਾਹਰ, ਪ੍ਰੋਡਕਟ ਕਹਿੰਦਾ ਬਾਹਰ ਸ਼ੌਪ ਬੰਦ ਕਰਾਉਂਦੇ ਪਏ ਨੇ ਤੇ ਸ਼ੌਪ ਬੰਦ ਕਰਦੇ ਹੋ। ਸ਼ੌਪ ਬੰਦ ਕਰਦੇ ਇਹਨਾਂ ਨੇ ਸ਼ੌਪ ਆਪਣੇ ਹਾਫ ਸ਼ਟਰ ਸੈੱਟ ਸੀਗਾ, ਹਾਫ ਤੋਂ ਨੀਚੇ ਸੀਗਾ, ਉਹਨਾਂ ਨੇ ਪਹਿਲਾਂ ਪੱਥਰ ਮਾਰ ਕੇ ਸ਼ੀਸ਼ੇ ਵਗੇ ਦੇ ਬੰਦੇ। ਸ਼ੀਸ਼ਾ ਭੰਨਣ ਤੋਂ ਬਾਅਦ ਫਿਰ ਪਹਿਲਾਂ ਉੱਪਰ 2-4 ਮੁੰਡਿਆਂ ਨੇ ਬੋਰਡ ਪੜਿਆ, ਬੋਰਡ ਪੜ ਕੇ ਮੋਟਰਸਾਈਕਲ ਤੇ ਉੱਤਰ ਕੇ ਸਿੱਧੇ ਵੱਜ ਗਏ। ਉਸ ਤੋਂ ਬਾਅਦ ਬ੍ਰਦਰ ਬਾਹਰ ਖੜਾ ਸੀ, ਪਹਿਲਾਂ ਉਹਦੇ ਥੱਪੜ ਮਾਰੇ। ਮੈਂ ਬਾਹਰ ਆਇਆ, ਮੈਨੂੰ ਨਾਲ ਦੇ ਪਿੱਛੇ ਇੱਕ ਮੁੰਡੇ ਨੇ ਧੱਕਾ ਮਾਰਿਆ। ਧੱਕਾ ਮਾਰਨ ਤੋਂ ਬਾਅਦ ਉਹਦੇ ਨਾਲ ਖਿੱਲੀ ਕੋਈ ਚੀਜ਼ ਸੀਗੀ ਧਾਰਦਾਰ, ਉਹ ਉਹਨੇ ਮਾਰੇ ਪਿੱਛੇ ਤੇ। ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਾ, 2-3 ਮਿੰਟਾਂ ਦੇ ਵਿੱਚ ਚੱਲ ਗਏ ਸੀ ਮੁੰਡੇ। ਤੇ ਉਸ ਤੋਂ ਬਾਅਦ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਆ? ਤੁਸੀਂ ਪੁਲਿਸ ਦੇ ਵਿੱਚ ਕੋਈ ਇਹਦੀ ਸ਼ਿਕਾਇਤ ਦਰਜ ਕਰਵਾਈ ਹੈ ਜੀ? ਹਾਂਜੀ, ਉਹਨਾਂ ਨੇ ਆਪਣੇ FIR ਕਟਵਾਈ ਉਹਨਾਂ ਦੀ, ਤੇ ਪੁਲਿਸ ਵੱਲੋਂ ਆਪਾਂ ਨੂੰ ਮਿਲਿਆ ਜਿੱਦਾਂ ਹਾਂਜੀ ਕਹਿੰਦੇ ਆਪਣੇ ਕੋਆਪਰੇਟ ਪ੍ਰੋਪਰ ਕਰਦੀ ਹੈ ਪੁਲਿਸ ਆਪਣੇ ਨਾਲ। ਠੀਕ ਹੈ ਜੀ, ਤੇ ਸੰਤੁਸ਼ਟ ਹੋ ਜੀ ਪੁਲਿਸ ਦੀ ਕਾਰਵਾਈ ਤੋਂ? ਹਾਂਜੀ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਸਿਰਫ ਇਸ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਧਾਰਮਿਕ ਪਛਾਣ ਇੱਕ ਕਾਰਨ ਬਣੀ ਆ ਕਿ ਤੁਹਾਡਾ ਬੋਰਡ ਪੜਿਆ ਜਿਵੇਂ ਤੁਸੀਂ ਕਹਿ ਰਹੇ ਹੋ? ਹਾਂਜੀ, ਕਿਉਂਕਿ ਪਹਿਲਾਂ ਸੀਗੇ ਆਪਣੇ ਜਿੱਦਾਂ ਆਲਮੋਸਟ ਪਹਿਲਾਂ ਸ਼ੌਪ ਤਾਂ ਬੰਦ, ਕਿਉਂਕਿ ਨਾਲ ਦੀ ਆਪਣੀ ਜਿਹੜੀ ਸ਼ੌਪ ਆ ਨਾਲ ਦੀ ਗੁਆਂਢੀਆਂ ਦੀ, ਉਹਨਾਂ ਦੇ ਵੀ ਹਾਫ ਤੋਂ ਉੱਪਰ ਸ਼ਟਰ ਸੀਗਾ, ਉਹਨਾਂ ਨਾਲ ਹੀ ਕੋਈ ਵੀ ਏਦਾਂ ਦੀ ਵਾਪਰੀ ਕੋਈ ਵੀ ਘਟਨਾ ਨਾ। ਤੇ ਆਪਣਾ ਜਿੱਦਾਂ ਬੋਰਡ ਵੜ ਕੇ ਮੁੰਡੇ ਨਾਲ ਇਹ ਦੋਨੋਂ ਨੱਠੇ ਮਗਰ। ਅੱਛਾ, ਮਤਲਬ ਤੁਹਾਡਾ ਬੋਰਡ ਤੇ ਤੁਹਾਡਾ ਇਸਲਾਮਿਕ ਨਾਂ ਲਿਖਿਆ ਹੋਇਆ ਸੀ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ। ਤੇ ਹੁਣ ਕੀ ਤੁਹਾਨੂੰ ਕਿੰਨੀ ਕੁ ਤੁਹਾਡੇ ਸੱਟ ਵੱਜੀ ਆ, ਕਿ ਤੁਹਾਡੀ ਸਿਹਤ ਕਿਵੇਂ ਆ ਹੁਣ? ਮੇਰੇ ਸੱਟ ਵੱਜੀ ਆ ਆਪਣੇ ਜਿੱਦਾਂ ਮੱਥੇ ਤੇ 4 ਸਟਿਚਿੰਗ ਹੈ ਨੇ। ਓਕੇ, ਜਿਹਦੇ ਵਿੱਚ ਹਾਂਜੀ। ਤੇ ਜਿਹੜੇ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ, ਕੀ ਤੁਸੀਂ ਉਹਨਾਂ ਨੂੰ ਪਛਾਣਦੇ ਹੋ? ਉਹਨਾਂ ਦੀ ਪਛਾਣ ਹੋ ਗਈ ਹੈ ਜੀ? ਹਾਂਜੀ, ਲੋਕਲ ਲੋਕ ਨੇ ਉਹ ਵੀ? ਉਹਨਾਂ ਦੇ ਹਾਂਜੀ ਲੋਕਲੀ ਨੇ। ਤੇ ਉਹਦਾ ਮੁੰਡੇ ਦਾ ਨਾਮ ਸੀਗਾ, ਇੱਕ ਦਾ ਹੈਗਾ ਆਪਣੇ ਬੁੱਟਾ। ਅੱਛਾ ਜੀ। ਹਾਂਜੀ, ਇੱਕ ਹੈਗਾ ਜਿੱਦਾਂ ਜੰਗਲੀ। ਠੀਕ ਹੈ ਜੀ।
ਹਾਂਜੀ, ਇੱਕ ਆਪਣੇ ਇਹਦਾ ਨਾਮ ਸੀਗਾ ਮਨਜੀਤ ਤੇ ਮਨਜੀਤ, ਹਾਂਜੀ। ਮੁਹੰਮਦ ਸਾਹਿਬ, ਜਿਹੜੀ ਤੁਹਾਡੇ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਬੰਦ ਕਰਵਾ ਰਹੇ ਸੀ, ਉਹਨਾਂ ਦੇ ਪ੍ਰਧਾਨ ਨਾਲ ਤੁਹਾਡੀ ਸਵੇਰੇ ਗੱਲਬਾਤ ਹੋਈ ਆ ਵੀ ਤੁਸੀਂ ਖੋਲ ਸਕਦੇ ਹੋ ਕਿਉਂਕਿ ਤੁਸੀਂ ਡਾਕਟਰੀ ਕਿੱਤੇ ਨਾਲ ਜੁੜੇ ਹੋ, ਜਿਨ੍ਹਾਂ ਨੂੰ ਛੋਟ ਹੁੰਦੀ ਆ ਬੰਦ ਵੀ ਜਾਂ ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੇ, ਤਾਂ ਉਹਨਾਂ ਨਾਲ ਤੁਹਾਡਾ ਬਾਅਦ ਵਿੱਚ ਕੋਈ ਸੰਪਰਕ ਹੋਇਆ? ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਇਸ ਘਟਨਾ ਤੋਂ ਬਾਅਦ? ਹਾਂਜੀ, ਉਹਦੇ ਘਟਨਾ ਤੋਂ ਬਾਅਦ ਉਹਨਾਂ ਆਏ ਸੀਗੇ। ਉਹ ਕਹਿੰਦੇ ਸੀ ਕਿ ਸਾਡੀ ਜਿਹੜੀ ਕੋਲ ਸ਼ੋਪ ਦੀ ਕੋਲ ਸੀਗੀ ਉਹ ਸੀਗੀ ਸਿਰਫ 12 ਵਜੇ ਤੱਕ ਦੀ। 12 ਵਜੇ ਤੋਂ ਬਾਅਦ ਓਪਨ ਸ਼ੋਪ ਕਰਵਾਉਣੀ ਸ਼ੁਰੂ ਕਰਵਾਤੀਆਂ ਸੀ। ਮੇਰੇ ਨਾਲ ਜਿਹੜੀ ਘਟਨਾ ਵਾਪਰੀ ਮੇਰੇ ਨਾਲ 12:30 ਤੋਂ 1 ਦੇ ਵਿੱਚ। ਓਕੇ, ਮਤਲਬ ਬੰਦ 12 ਵਜੇ ਤੱਕ ਦਾ ਸੀ ਤੇ ਤੁਹਾਡੇ ਤੇ ਹਮਲਾ 12 ਤੋਂ ਬਾਅਦ ਹੋਇਆ? ਹਾਂਜੀ। ਅੱਛਾ, ਮਤਲਬ ਇਹ 12 ਵਜੇ ਤੋਂ ਬਾਅਦ। ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਲੀਅਰ ਕਰ ਦਈਏ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਧਾਰਮਿਕ ਪਛਾਣ ਦਾ ਮਾਮਲਾ ਆ ਕਿ ਟਾਂਡਾ ਦੇ ਵਿੱਚ ਬਿਲਕੁਲ ਜਿਹੜੀਆਂ ਹਿੰਦੂ ਭਾਵਨਾਵਾਂ ਨੇ, ਹਿੰਦੂ ਧਰਮ ਦੀਆਂ ਭਾਵਨਾਵਾਂ ਨੇ, ਕਿ ਉਹਨਾਂ ਦੇ ਉੱਤੇ ਜ਼ਰੂਰ ਸੱਟ ਵੱਜੀ ਤੇ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ। ਤੇ ਜਿਵੇਂ ਸਾਡੇ ਨਾਲ ਜੁੜੇ ਨੇ ਮੁਹੰਮਦ ਸ਼ਾਹਿਦ, ਇਹ ਡਾਕਟਰੀ ਦਾ ਕਿੱਤਾ ਕਰਦੇ ਨੇ, ਤੇ ਇਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੇ ਬੰਦ ਕਰਵਾ ਰਹੇ ਸੀ ਆਗੂ, ਉਹਨਾਂ ਦੇ ਨਾਲ ਸਵੇਰੇ ਗੱਲਬਾਤ ਵੀ ਹੋਈ। ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਕੀ ਇਹ ਆਪਣੀ ਦੁਕਾਨ, ਆਪਣਾ ਕਲੀਨਿਕ ਖੋਲ੍ਹ ਸਕਦੇ ਨੇ ਮਰੀਜ਼ਾਂ ਲਈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹ ਸਕਦੇ ਹੋ। ਪਰ 12 ਵਜੇ ਤੱਕ ਬੰਦ ਦੀ ਕਾਲ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਉਸ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਦੀ ਸਕਰੀਨ 'ਤੇ। ਉਹ ਵੀਡੀਓਜ਼ ਲਗਾਤਾਰ ਚੱਲ ਰਹੀਆਂ ਨੇ ਕਿ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਆ। ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਬੋਰਡ ਪੜ੍ਹਿਆ, ਨਾਲ ਦੀ ਦੁਕਾਨ ਵੀ, ਜਿਵੇਂ ਇਹਨਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਸੀ ਉਸੇ ਤਰ੍ਹਾਂ ਖੁੱਲ੍ਹਾ ਸੀ, ਪਰ ਉਸ 'ਤੇ ਹਮਲਾ ਨਹੀਂ ਹੋਇਆ, ਤਾਂ ਇਹਨਾਂ ਦੇ ਉੱਤੇ ਹਮਲਾ ਹੋਇਆ। ਤਾਂ ਇੱਕ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਹੜੀਆਂ ਧਾਰਮਿਕ ਪਛਾਣਾਂ ਨੇ, ਘੱਟ ਗਿਣਤੀ ਪਛਾਣਾਂ ਨੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਯੂਪੀ ਹੋਵੇ, ਰਾਜਸਥਾਨ ਹੋਵੇ ਜਾਂ ਹੋਰ ਹਿੰਦੀ ਭਾਸ਼ੀ ਖੇਤਰ ਦੇ ਸੂਬੇ ਹੋਣ, ਉਹਨਾਂ ਦੇ ਵਿੱਚ ਇਹ ਹੁੰਦੇ ਰਹੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਇੱਕ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ, ਤੇ ਇਸ ਤਰ੍ਹਾਂ ਹਮਲੇ ਕਰਨੇ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਪੰਜਾਬ ਦੀ ਸਰਕਾਰ 'ਤੇ ਵੀ ਤੇ ਪੁਲਿਸ ਪ੍ਰਸ਼ਾਸਨ 'ਤੇ ਵੀ। ਤਾਂ ਕੀ ਕਾਰਵਾਈ ਹੁੰਦੀ ਆ? ਜਿਵੇਂ ਸ਼ਾਹਿਦ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਆ, ਪਰ ਇਹ ਕਾਰਵਾਈ ਹੁੰਦੀ ਆ ਕਿਉਂਕਿ ਲੋਕ ਪਛਾਣੇ ਗਏ ਨੇ, ਸਥਾਨਕ ਲੋਕ ਨੇ, ਹਮਲਾ ਕਰਨ ਵਾਲੇ ਲੋਕਲ ਨੇ, ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਪਰ ਇੱਕ ਵੱਡਾ ਸਵਾਲ ਆ ਪੰਜਾਬ ਦੇ ਸਾਰੇ ਮਾਹੌਲ ਨੂੰ ਲੈ ਕੇ, ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਮਾਜ ਆ, ਇਸ ਤਰ੍ਹਾਂ ਦਾ ਮਾਹੌਲ ਨਹੀਂ ਆ, ਪਰ ਜਿਹੜੇ ਅਨਸਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੁਹੰਮਦ ਸ਼ਾਹਿਦ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ, ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਸਾਰੀ ਗੱਲਬਾਤ ਆ ਇਹ ਤੁਹਾਨੂੰ ਦੱਸੀ ਆ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਤੇ ਬੜੀ ਚਿੰਤਾਜਨਕ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਮਾਹੌਲ ਪੂਰਾ ਖਰਾਬ ਕਰਨ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਇੱਕ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਚੈਲੰਜ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਂਤੀ ਮਾਰਚ ਵੀ ਕੱਢੇ ਗਏ ਨੇ ਜਾਂ ਹੋਰ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਸਿਰਜਿਆ ਗਿਆ, ਤਾਂ ਹੁਣ ਜਦੋਂ ਉਹ ਸਰਕਾਰ ਬਣਾ ਚੁੱਕੇ ਨੇ ਤਾਂ ਉਸ ਮੌਕੇ ਧਾਰਮਿਕ ਘੱਟ ਗਿਣਤੀਆਂ ਜਿਵੇਂ ਬਾਕੀ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ, ਉਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਪੰਜਾਬ 'ਚ ਇਸ ਤਰ੍ਹਾਂ ਵਾਪਰਨ ਤਾਂ ਬੜਾ ਇੱਕ ਸਰਕਾਰ ਦੇ ਉੱਤੇ ਇੱਕ ਚੈਲੰਜ, ਇੱਕ ਟਾਈਮ ਆ, ਅਸੀਂ ਕਹਿ ਸਕਦੇ ਹਾਂ ਕਿ ਚੈਲੰਜ ਆ ਕਿ ਕੀ ਉਹ ਇਨਸਾਫ ਦੇ ਸਕਦੀ ਹੈ ਸਰਕਾਰ ਇਸ ਤਰ੍ਹਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਾਂ ਨਹੀਂ। ਉਹ ਇਸ ਕੇਸ ਦੇ ਵਿੱਚ ਵੀ ਹੁਣ ਸਰਕਾਰ ਦੀ ਕਾਰਵਾਈ ਤੋਂ ਜ਼ਰੂਰ ਸਪਸ਼ਟ ਹੋਵੇਗਾ। ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਹੋਰ ਅਪਡੇਟਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਟਾਂਡਾ, ਤੇ ਟਾਂਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ। ਕੁਝ ਗਾਵਾਂ ਨੂੰ ਕਿਸੇ ਵੱਲੋਂ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਉੱਥੇ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ ਤੇ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਸੜਕ ਬੰਦ ਕਰ ਦਿੱਤੀ ਗਈ ਸੀ। ਤਾਂ ਉਸ ਤੋਂ ਬਾਅਦ ਅੱਜ ਉੱਥੇ ਸਥਾਨਕ ਹਿੰਦੂ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਤਾਂ ਸ਼ਹਿਰ ਬੰਦ ਸੀ ਲਗਭਗ, ਪਰ ਇੱਕ ਬੜੀ ਮੰਦਭਾਗੀ ਘਟਨਾ ਸ਼ਹਿਰ 'ਚ ਵਾਪਰੀ ਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪ੍ਰਭਾਤ ਚੌਂਕ ਇੱਕ ਜਗ੍ਹਾ ਪੈਂਦੀ ਆ, ਉੱਥੇ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਨੌਜਵਾਨ ਨੇ ਜੋ ਡਾਕਟਰੀ ਦਾ ਕਿੱਤਾ ਕਰਦੇ ਨੇ, ਜਿਨ੍ਹਾਂ ਦਾ ਕਲੀਨਿਕ ਆ ਡਾਕਟਰ ਮੁਹੰਮਦ ਸ਼ਾਹਿਦ। ਡਾਕਟਰ ਮੁਹੰਮਦ ਸ਼ਾਹਿਦ ਨੇ ਰੋਜ਼ਾਨਾ ਵਾਂਗ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ ਤੇ ਉਹਨਾਂ ਇਹ ਜਾਣਕਾਰੀ ਮਿਲੀ ਆ ਕਿ
ਬੰਦ ਕਰਵਾ ਰਹੇ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਡਾਕਟਰ ਮੁਹੰਮਦ ਸ਼ਾਹਿਦ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦਾ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਤੇ ਪੁਲਿਸ ਤੱਕ ਮਾਮਲਾ ਗਿਆ ਹੈ। ਹਸਪਤਾਲ 'ਚੋਂ ਜ਼ੇਰੇ ਇਲਾਜ ਨੇ ਤੇ ਪੁਲਿਸ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਆ। ਤਾਂ ਇਹ ਕਿਵੇਂ ਘਟਨਾ ਵਾਪਰੀ, ਇਹ ਕਿਉਂਕਿ ਬੜੀ ਮੰਦਭਾਗੀ ਘਟਨਾ ਆ ਕਿ ਕਿਵੇਂ ਇੱਕ ਖਾਸ ਧਰਮ ਦੇ ਵਿਅਕਤੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਜੋ ਕਿ ਡਾਕਟਰੀ ਦਾ ਜੋ ਕਿੱਤਾ ਆ ਉਹ ਆਪਣਾ ਕਿੱਤਾ ਰੋਜ਼ਾਨਾ ਵਾਂਗ ਕਰ ਰਹੇ ਸੀ। ਤਾਂ ਇਹ ਘਟਨਾ ਕਿਵੇਂ ਵਾਪਰੀ, ਅਸੀਂ ਡਾਕਟਰ ਸ਼ਾਹਿਦ ਸਾਡੇ ਨਾਲ ਲਾਈਨ ਤੇ ਜੁੜੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਭੀੜ ਨੇ ਹਮਲਾ ਕੀਤਾ। ਤਾਂ ਡਾਕਟਰ ਸ਼ਾਹਿਦ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਇਸ ਵੇਲੇ ਲਾਈਨ ਤੇ ਅਵੇਲੇਬਲ ਹੋ? ਹਾਂਜੀ, ਕਿਵੇਂ ਘਟਨਾ ਵਾਪਰੀ? ਸਾਡੇ ਤੱਕ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕੀਤਾ ਆ ਕਿ ਜਿਸ ਤਰ੍ਹਾਂ ਤੁਹਾਡੇ ਤੇ ਕੁਝ ਲੋਕ ਹਮਲਾ ਕਰ ਰਹੇ ਨੇ ਤੇ ਤੁਹਾਡੀਆਂ ਹਸਪੀਟਲ ਦੇ ਵਿੱਚ ਤੁਸੀਂ ਜ਼ੇਰੇ ਇਲਾਜ ਹੋ, ਤੁਹਾਡੇ ਸਿਰ ਤੇ ਸੱਟ ਵੱਜੀ ਆ, ਤਾਂ ਇਹ ਕੀ ਘਟਨਾ ਵਾਪਰੀ ਜੀ? ਇਹ ਆਪਣੀ ਐਕਚੁਅਲੀ ਇਦਾਂ ਸੀਗਾ ਜਿੱਦਾਂ ਰੂਟੀਨ ਦੇ ਵਿੱਚ ਆਪਾਂ ਜਿੱਦਾਂ ਸ਼ੌਪ ਖੋਲੀ ਦੀ ਹੈ, ਆਪਾਂ ਸ਼ੌਪ ਉਦਾਂ ਹੀ ਖੋਲੀ ਸੀਗੀ ਮਾਰਨਿੰਗ ਆ ਕੇ। ਤੇ ਜਿਹੜੇ ਇਹਨਾਂ ਦੇ ਲੀਡਰ ਸੀਗੇ, ਇਹਨਾਂ ਦੇ ਜਿਹੜੇ ਪ੍ਰਧਾਨ ਸੀਗੇ, ਉਹਨਾਂ ਨਾਲ ਸੁਬਾਹ ਗੱਲ ਕੀਤੀ ਵੀ ਕਲੀਨਿਕ ਆਪਣੀ ਮੈਡੀਕਲ ਲਾਈਨ ਬੰਦ ਨਹੀਂ ਹੈ। ਉਹ ਕਹਿੰਦੇ ਜੀ ਤੁਸੀਂ ਖੋਲ ਸਕਦੇ ਹੋ, ਪਰ ਕੋਈ ਡਿਸਟਰਬ ਨਹੀਂ ਕਰੂਗਾ। ਆਪਾਂ ਉਹਨਾਂ ਤੋਂ ਪੁੱਛ ਕੇ ਫਿਰ ਸ਼ੌਪ ਸਾਰੇ ਆਲੇ ਦੁਆਲੇ ਪੁੱਛ ਕੇ ਸ਼ੌਪ ਓਪਨ ਕੀਤੀ। ਸ਼ੌਪ ਓਪਨ ਕਰਨ ਤੋਂ ਬਾਅਦ ਆਪਾਂ ਜਿੱਦਾਂ ਪੇਸ਼ੈਂਟ ਦੇਖ ਰਿਹਾ ਸੀਗਾ, ਮੈਂ ਰੂਟੀਨ ਦੇ ਵਿੱਚ ਜਿੱਦਾਂ ਪੇਸ਼ੈਂਟ ਦੇਖ ਕੇ ਹਟੇ ਆ, ਉਹ ਤੋਂ ਬਾਅਦ ਪ੍ਰਦਰਸ਼ਨ ਆਇਆ ਬਾਹਰ। ਪ੍ਰਦਰਸ਼ਨ ਕਹਿੰਦਾ ਬਾਹਰ ਸ਼ੌਪ ਬੰਦ ਕਰਾਉਂਦੇ ਪਏ ਨੇ ਤੇ ਸ਼ੌਪ ਬੰਦ ਕਰਦੇ ਆ। ਸ਼ੌਪ ਬੰਦ ਕਰਦੇ ਕਰਦੇ ਇਹਨਾਂ ਨੇ ਸ਼ੌਪ ਆਪਣੇ ਹਾਫ ਸ਼ਟਰ ਸੈੱਟ ਸੀਗਾ, ਹਾਫ ਤੋਂ ਨੀਚੇ ਸੀਗਾ। ਉਹਨਾਂ ਨੇ ਪਹਿਲਾਂ ਪੱਥਰ ਮਾਰ ਕੇ ਸ਼ੀਸ਼ੇ ਵਗੇ ਦੇ ਬੰਦੇ, ਸ਼ੀਸ਼ਾ ਭੰਨਣ ਤੋਂ ਬਾਅਦ ਫਿਰ ਪਹਿਲਾਂ ਉੱਪਰ 2-4 ਮੁੰਡਿਆਂ ਨੇ ਬੋਰਡ ਪੜਿਆ, ਬੋਰਡ ਪੜ ਕੇ ਮੋਟਰਸਾਈਕਲ ਤੇ ਉਤਰ ਕੇ ਸਿੱਧੇ ਵੱਜ ਗਏ। ਉਸ ਤੋਂ ਬਾਅਦ ਬ੍ਰਦਰ ਬਾਹਰ ਖੜਾ ਸੀ, ਪਹਿਲਾਂ ਉਹਦੇ ਥੱਪੜ ਮਾਰੇ। ਮੈਂ ਬਾਹਰ ਆਇਆ, ਮੈਨੂੰ ਨਾਲ ਦੇ ਪਿੱਛੇ ਇੱਕ ਮੁੰਡੇ ਨੇ ਧੱਕਾ ਮਾਰਿਆ। ਧੱਕਾ ਮਾਰਨ ਤੋਂ ਬਾਅਦ ਉਹਦੇ ਨਾਲ ਨੁਕੀਲੀ ਕੋਈ ਚੀਜ਼ ਸੀਗੀ ਧਾਰਦਾਰ, ਉਹ ਉਹਨੇ ਮਾਰੇ ਮੇਰੇ ਸਿਰ ਤੇ। ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਾ, 2-3 ਮਿੰਟਾਂ ਦੇ ਵਿੱਚ ਚੱਲ ਗਏ ਸੀ ਮੁੰਡੇ। ਤੇ ਉਸ ਤੋਂ ਬਾਅਦ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਆ? ਤੁਸੀਂ ਪੁਲਿਸ ਦੇ ਵਿੱਚ ਕੋਈ ਇਹਦੀ ਸ਼ਿਕਾਇਤ ਦਰਜ ਕਰਵਾਈ ਹੈ ਜੀ? ਹਾਂਜੀ ਹਾਂਜੀ, ਉਹਨਾਂ ਨੇ ਆਪਣੇ FIR ਕਢਵਾਈ ਉਹਨਾਂ ਦੀ ਤੇ ਪੁਲਿਸ ਵੱਲੋਂ ਆਪਾਂ ਨੂੰ ਮਿਲਿਆ ਜਿੱਦਾਂ ਹਾਂਜੀ ਕਹਿੰਦੇ ਆਪਣੇ ਕੋਆਪਰੇਟ ਪ੍ਰੋਪਰ ਕਰਦੀ ਹੈ ਪੁਲਿਸ ਆਪਣੇ ਨਾਲ। ਠੀਕ ਹੈ ਜੀ, ਤੇ ਸੰਤੁਸ਼ਟ ਹੋ ਜੀ ਪੁਲਿਸ ਦੀ ਕਾਰਵਾਈ ਤੋਂ? ਹਾਂਜੀ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਸਿਰਫ ਇਸ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਧਾਰਮਿਕ ਪਛਾਣ ਇੱਕ ਕਾਰਨ ਬਣੀ ਆ ਕਿ ਤੁਹਾਡਾ ਬੋਰਡ ਪੜਿਆ ਜਿਵੇਂ ਤੁਸੀਂ ਕਹਿ ਰਹੇ ਹੋ? ਹਾਂਜੀ, ਕਿਉਂਕਿ ਪਹਿਲਾਂ ਸੀਗੇ ਆਪਣੇ ਜਿੱਦਾਂ ਆਲਮੋਸਟ ਪਹਿਲਾਂ ਸ਼ੌਪ ਤਾਂ ਬੰਦ, ਕਿਉਂਕਿ ਨਾਲ ਦੀ ਆਪਣੀ ਜਿਹੜੀ ਸ਼ੌਪ ਆ ਨਾਲ ਦੀ ਗੁਆਂਢੀ ਸੀ, ਉਹਨਾਂ ਦੇ ਵੀ ਹਾਫ ਤੋਂ ਉੱਪਰ ਸ਼ਟਰ ਸੀਗਾ। ਉਹਨਾਂ ਨਾਲ ਹੀ ਕੋਈ ਵੀ ਏਦਾਂ ਦੀ ਵਾਪਰੀ ਕੋਈ ਵੀ ਘਟਨਾ ਨਾ, ਤੇ ਆਪਣਾ ਜਿੱਦਾਂ ਬੋਰਡ ਵਰ ਕੇ ਮੁੰਡੇ ਨਾਲ ਹੀ ਦੋਨੋਂ ਨੱਠੇ ਮਗਰ। ਅੱਛਾ, ਮਤਲਬ ਤੁਹਾਡਾ ਬੋਰਡ ਤੇ ਤੁਹਾਡਾ ਇਸਲਾਮਿਕ ਨਾਂ ਲਿਖਿਆ ਹੋਇਆ ਸੀ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ। ਤੇ ਹੁਣ ਕੀ ਤੁਹਾਨੂੰ ਕਿੰਨੀ ਕੁ ਤੁਹਾਡੇ ਸੱਟ ਵੱਜੀ ਆ, ਕਿ ਤੁਹਾਡੀ ਸਿਹਤ ਕਿਵੇਂ ਆ ਹੁਣ? ਮੇਰੇ ਸੱਟ ਵੱਜੀ ਆ ਆਪਣੇ ਜਿੱਦਾਂ ਮੱਥੇ ਤੇ 4 ਸਟਿਚਿੰਗ ਹੈ ਨੇ। ਓਕੇ। ਜਿਹਦੇ ਵਿੱਚ ਹਾਂਜੀ। ਤੇ ਜਿਹੜੇ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਕੀ ਤੁਸੀਂ ਉਹਨਾਂ ਨੂੰ ਪਛਾਣਦੇ ਹੋ? ਉਹਨਾਂ ਦੀ ਪਛਾਣ ਹੋ ਗਈ ਹੈ ਜੀ? ਹਾਂਜੀ। ਲੋਕਲ ਲੋਕ ਨੇ ਉਹ ਵੀ? ਉਹਨਾਂ ਦੇ ਲੋਕ ਹਾਂਜੀ ਲੋਕਲੀ ਨੇ। ਤੇ ਉਹਦਾ ਮੁੰਡੇ ਦਾ ਨਾਮ ਸੀਗਾ, ਇੱਕ ਦਾ ਹੈਗਾ ਆਪਣੇ ਬੁੱਟਾ। ਅੱਛਾ ਜੀ। ਹਾਂਜੀ, ਇੱਕ ਹੈਗਾ ਜਿੱਦਾਂ ਜੰਗਲੀ। ਠੀਕ ਹੈ ਜੀ। ਹਾਂਜੀ, ਇੱਕ ਆਪਣੇ ਇਹਦਾ ਨਾਮ ਸੀਗਾ ਮਨਜੀਤ ਵਾਹ। ਤੇ ਮਨਜੀਤ ਹਾਂਜੀ। ਮੁਹੰਮਦ ਸਾਹਿਬ, ਜਿਹੜਿਆਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਬੰਦ ਕਰਵਾ ਰਹੇ ਸੀ ਉਹਨਾਂ ਦੇ ਪ੍ਰਧਾਨ ਨਾਲ ਤੁਹਾਡੀ ਸਵੇਰੇ ਗੱਲਬਾਤ ਹੋਈ ਆ ਵੀ ਤੁਸੀਂ ਖੋਲ ਸਕਦੇ ਹੋ ਕਿਉਂਕਿ ਤੁਸੀਂ ਡਾਕਟਰੀ ਕਿੱਤੇ ਨਾਲ ਜੁੜੇ ਹੋ, ਜਿਨ੍ਹਾਂ ਨੂੰ ਛੋਟ ਹੁੰਦੀ ਆ ਬੰਦ ਵੀ ਜਾਂ ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੇ, ਤਾਂ ਉਹਨਾਂ ਨਾਲ ਤੁਹਾਡਾ ਬਾਅਦ ਵਿੱਚ ਕੋਈ ਸੰਪਰਕ ਹੋਇਆ? ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਇਸ ਘਟਨਾ ਤੋਂ ਬਾਅਦ? ਹਾਂਜੀ, ਉਹਦੇ ਘਟਨਾ ਤੋਂ ਬਾਅਦ ਉਹਨਾਂ ਆਏ ਸੀਗੇ। ਉਹ ਕਹਿੰਦੇ ਸੀ ਕਿ ਸਾਡੀ ਜਿਹੜੀ ਕੋਲ ਸ਼ੌਪ ਦੀ ਕੋਲ ਸੀਗੀ ਉਹ ਸੀਗੀ ਸਿਰਫ 12 ਵਜੇ ਤੱਕ ਦੀ। 12 ਵਜੇ ਤੋਂ ਬਾਅਦ ਓਪਨ ਸ਼ੌਪ ਕਰਵਾਉਣੀ ਸ਼ੁਰੂ ਕਰਵਾਤੀਆਂ ਸੀ। ਮੇਰੇ ਨਾਲ ਜਿਹੜੀ ਘਟਨਾ ਵਾਪਰੀ ਮੇਰੇ ਨਾਲ 12:30 ਤੋਂ 1 ਦੇ ਵਿੱਚ।
ਓਕੇ, ਮਤਲਬ ਬੰਦ 12 ਵਜੇ ਤੱਕ ਦਾ ਸੀ ਤੇ ਤੁਹਾਡੇ ਤੇ ਹਮਲਾ 12 ਤੋਂ ਬਾਅਦ ਹੋਇਆ। ਹਾਂਜੀ ਅੱਛਾ, ਮਤਲਬ ਇਹ 12 ਵਜੇ ਤੋਂ ਬਾਅਦ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਲੀਅਰ ਕਰ ਦਈਏ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਧਾਰਮਿਕ ਪਛਾਣ ਦਾ ਮਾਮਲਾ ਆ ਕਿ ਟਾਂਡਾ ਦੇ ਵਿੱਚ ਬਿਲਕੁਲ ਜਿਹੜੀਆਂ ਹਿੰਦੂ ਭਾਵਨਾਵਾਂ ਨੇ, ਹਿੰਦੂ ਧਰਮ ਦੀਆਂ ਭਾਵਨਾਵਾਂ ਨੇ, ਕਿ ਉਹਨਾਂ ਦੇ ਉੱਤੇ ਜ਼ਰੂਰ ਸੱਟ ਵੱਜੀ ਤੇ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ। ਤੇ ਜਿਵੇਂ ਸਾਡੇ ਨਾਲ ਜੁੜੇ ਨੇ ਮੁਹੰਮਦ ਸ਼ਾਹਿਦ, ਇਹ ਡਾਕਟਰੀ ਦਾ ਕਿੱਤਾ ਕਰਦੇ ਨੇ ਤੇ ਇਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੇ ਬੰਦ ਕਰਵਾ ਰਹੇ ਸੀ ਆਗੂ, ਉਹਨਾਂ ਦੇ ਨਾਲ ਸਵੇਰੇ ਗੱਲਬਾਤ ਵੀ ਹੋਈ। ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਕੀ ਇਹ ਆਪਣੀ ਦੁਕਾਨ, ਆਪਣਾ ਕਲੀਨਿਕ ਖੋਲ੍ਹ ਸਕਦੇ ਨੇ ਮਰੀਜ਼ਾਂ ਲਈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹ ਸਕਦੇ ਹੋ। ਪਰ 12 ਵਜੇ ਤੱਕ ਬੰਦ ਦੀ ਕਾਲ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਉਸ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਦੀ ਸਕਰੀਨ ਤੇ। ਉਹ ਵੀਡੀਓਜ਼ ਲਗਾਤਾਰ ਚੱਲ ਰਹੀਆਂ ਨੇ ਕਿ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਆ। ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਬੋਰਡ ਪੜ੍ਹਿਆ, ਨਾਲ ਦੀ ਦੁਕਾਨ ਵੀ, ਜਿਵੇਂ ਇਹਨਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਸੀ ਉਸੇ ਤਰ੍ਹਾਂ ਖੁੱਲ੍ਹਾ ਸੀ, ਪਰ ਉਸ 'ਤੇ ਹਮਲਾ ਨਹੀਂ ਹੋਇਆ ਤਾਂ ਇਹਨਾਂ ਦੇ ਉੱਤੇ ਹਮਲਾ ਹੋਇਆ। ਤਾਂ ਇੱਕ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਹੜੀਆਂ ਧਾਰਮਿਕ ਪਛਾਣਾਂ ਨੇ, ਘੱਟ ਗਿਣਤੀ ਪਛਾਣਾਂ ਨੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਯੂਪੀ ਹੋਵੇ, ਰਾਜਸਥਾਨ ਹੋਵੇ ਜਾਂ ਹੋਰ ਹਿੰਦੀ ਭਾਸ਼ੀ ਖੇਤਰ ਦੇ ਸੂਬੇ ਹੋਣ, ਉਹਨਾਂ ਦੇ ਵਿੱਚ ਇਹ ਹੁੰਦੇ ਰਹੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਇੱਕ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਤੇ ਇਸ ਤਰ੍ਹਾਂ ਹਮਲੇ ਕਰਨੇ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਪੰਜਾਬ ਦੀ ਸਰਕਾਰ 'ਤੇ ਵੀ ਤੇ ਪੁਲਿਸ ਪ੍ਰਸ਼ਾਸਨ 'ਤੇ ਵੀ। ਤਾਂ ਕੀ ਕਾਰਵਾਈ ਹੁੰਦੀ ਆ? ਜਿਵੇਂ ਸ਼ਾਹਿਦ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਆ, ਪਰ ਇਹ ਕਾਰਵਾਈ ਹੁੰਦੀ ਆ ਕਿਉਂਕਿ ਲੋਕ ਪਛਾਣੇ ਗਏ ਨੇ, ਸਥਾਨਕ ਲੋਕ ਨੇ, ਹਮਲਾ ਕਰਨ ਵਾਲੇ ਲੋਕਲ ਨੇ, ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਪਰ ਇੱਕ ਵੱਡਾ ਸਵਾਲ ਆ ਪੰਜਾਬ ਦੇ ਸਾਰੇ ਮਾਹੌਲ ਨੂੰ ਲੈ ਕੇ, ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਮਾਜ ਆ, ਇਸ ਤਰ੍ਹਾਂ ਦਾ ਮਾਹੌਲ ਨਹੀਂ ਆ, ਪਰ ਜਿਹੜੇ ਅਨਸਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੁਹੰਮਦ ਸ਼ਾਹਿਦ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ, ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਸਾਰੀ ਗੱਲਬਾਤ ਆ ਇਹ ਤੁਹਾਨੂੰ ਦੱਸੀ ਆ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਤੇ ਬੜੀ ਚਿੰਤਾਜਨਕ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਮਾਹੌਲ ਪੂਰਾ ਖਰਾਬ ਕਰਨ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਇੱਕ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਚੈਲੰਜ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਂਤੀ ਮਾਰਚ ਵੀ ਕੱਢੇ ਗਏ ਨੇ ਜਾਂ ਹੋਰ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਸਿਰਜਿਆ ਗਿਆ। ਤਾਂ ਹੁਣ ਜਦੋਂ ਉਹ ਸਰਕਾਰ ਬਣਾ ਚੁੱਕੇ ਨੇ ਤਾਂ ਉਸ ਮੌਕੇ ਧਾਰਮਿਕ ਘੱਟ ਗਿਣਤੀਆਂ, ਜਿਵੇਂ ਬਾਕੀ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ, ਉਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਪੰਜਾਬ 'ਚ ਇਸ ਤਰ੍ਹਾਂ ਵਾਪਰਨ ਤਾਂ ਬੜਾ ਇੱਕ ਸਰਕਾਰ ਦੇ ਉੱਤੇ ਇੱਕ ਚੈਲੰਜ, ਇੱਕ ਟਾਈਮ ਆ, ਅਸੀਂ ਕਹਿ ਸਕਦੇ ਹਾਂ ਕਿ ਚੈਲੰਜ ਆ ਕਿ ਕੀ ਉਹ ਇਨਸਾਫ ਦੇ ਸਕਦੀ ਹੈ ਸਰਕਾਰ ਇਸ ਤਰ੍ਹਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਾਂ ਨਹੀਂ। ਉਹ ਇਸ ਕੇਸ ਦੇ ਵਿੱਚ ਵੀ ਹੁਣ ਸਰਕਾਰ ਦੀ ਕਾਰਵਾਈ ਤੋਂ ਜ਼ਰੂਰ ਸਪਸ਼ਟ ਹੋਵੇਗਾ। ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਹੋਰ ਅਪਡੇਟਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਟਾਂਡਾ, ਤੇ ਟਾਂਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ। ਕੁਝ ਗਾਵਾਂ ਨੂੰ ਕਿਸੇ ਵੱਲੋਂ ਬੜੀ ਬੁਰੀ ਤਰ੍ਹਾਂ ਵੱਢ ਕੇ ਤੇ ਉੱਥੇ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ ਤੇ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਸੜਕ ਬੰਦ ਕਰ ਦਿੱਤੀ ਗਈ ਸੀ। ਤਾਂ ਉਸ ਤੋਂ ਬਾਅਦ ਅੱਜ ਉੱਥੇ ਸਥਾਨਕ ਹਿੰਦੂ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਤਾਂ ਸ਼ਹਿਰ ਬੰਦ ਸੀ ਲਗਭਗ, ਪਰ ਇੱਕ ਬੜੀ ਮੰਦਭਾਗੀ ਘਟਨਾ ਸ਼ਹਿਰ 'ਚ ਵਾਪਰੀ ਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪ੍ਰਭਾਤ ਚੌਂਕ ਇੱਕ ਜਗ੍ਹਾ ਪੈਂਦੀ ਆ, ਉੱਥੇ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਨੌਜਵਾਨ ਨੇ ਜੋ ਡਾਕਟਰੀ ਦਾ ਕਿੱਤਾ ਕਰਦੇ ਨੇ, ਜਿਨ੍ਹਾਂ ਦਾ ਕਲੀਨਿਕ ਆ ਡਾਕਟਰ ਮੁਹੰਮਦ ਸ਼ਾਹਿਦ। ਡਾਕਟਰ ਮੁਹੰਮਦ ਸ਼ਾਹਿਦ ਨੇ ਰੋਜ਼ਾਨਾ ਵਾਂਗ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ ਤੇ ਉਹਨਾਂ ਇਹ ਜਾਣਕਾਰੀ ਮਿਲੀ ਆ ਕਿ ਬੰਦ ਕਰਵਾ ਰਹੇ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਡਾਕਟਰ ਮੁਹੰਮਦ ਸ਼ਾਹਿਦ ਦੇ ਉੱਤੇ ਹਮਲਾ ਕੀਤਾ ਗਿਆ ਤੇ ਉਹਨਾਂ ਦਾ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ ਤੇ ਪੁਲਿਸ ਤੱਕ ਮਾਮਲਾ ਗਿਆ। ਹਸਪਤਾਲ 'ਚੋਂ ਜ਼ੇਰੇ ਇਲਾਜ ਨੇ ਤੇ ਪੁਲਿਸ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਆ। ਤਾਂ ਇਹ ਕਿਵੇਂ ਘਟਨਾ ਵਾਪਰੀ, ਇਹ ਕਿਉਂਕਿ ਬੜੀ ਮੰਦਭਾਗੀ ਘਟਨਾ ਆ ਕਿ ਕਿਵੇਂ ਇੱਕ ਖਾਸ ਧਰਮ ਦੇ ਵਿਅਕਤੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ ਜੋ ਕਿ ਡਾਕਟਰੀ ਦਾ ਜੋ ਕਿੱਤਾ ਆ ਉਹ ਆਪਣਾ ਕਿੱਤਾ ਰੋਜ਼ਾਨਾ ਵਾਂਗ ਕਰ ਰਹੇ ਸੀ। ਤਾਂ ਇਹ ਘਟਨਾ ਕਿਵੇਂ ਵਾਪਰੀ, ਅਸੀਂ ਡਾਕਟਰ ਸ਼ਾਹਿਦ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਭੀੜ ਨੇ ਹਮਲਾ ਕੀਤਾ। ਤਾਂ ਡਾਕਟਰ ਸ਼ਾਹਿਦ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਇਸ ਵੇਲੇ ਲਾਈਨ 'ਤੇ ਅਵੇਲੇਬਲ ਹੋ?
ਹਾਂਜੀ, ਕਿਵੇਂ ਘਟਨਾ ਵਾਪਰੀ? ਸਾਡੇ ਤੱਕ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕੀਤਾ ਆ ਕਿ ਜਿਸ ਤਰ੍ਹਾਂ ਤੁਹਾਡੇ ਤੇ ਕੁਝ ਲੋਕ ਹਮਲਾ ਕਰ ਰਹੇ ਨੇ ਤੇ ਤੁਹਾਡੀਆਂ ਹਸਪੀਟਲ ਦੇ ਵਿੱਚ ਤੁਸੀਂ ਜ਼ੇਰੇ ਇਲਾਜ ਹੋ, ਤੁਹਾਡੇ ਸਿਰ ਤੇ ਸੱਟ ਵੱਜੀ ਆ, ਤਾਂ ਇਹ ਕੀ ਘਟਨਾ ਵਾਪਰੀ ਜੀ? ਇਹ ਆਪਣੀ ਐਕਚੁਅਲੀ ਇਦਾਂ ਸੀਗਾ ਜਿੱਦਾਂ ਰੂਟੀਨ ਦੇ ਵਿੱਚ ਆਪਾਂ ਜਿੱਦਾਂ ਸ਼ੌਪ ਖੋਲੀ ਦੀ ਹੈ, ਆਪਾਂ ਸ਼ੌਪ ਉਦਾਂ ਹੀ ਖੋਲੀ ਸੀਗੀ ਮਾਰਨਿੰਗ ਆ ਕੇ। ਤੇ ਜਿਹੜੇ ਇਹਨਾਂ ਦੇ ਲੀਡਰ ਸੀਗੇ, ਇਹਨਾਂ ਦੇ ਜਿਹੜੇ ਪ੍ਰਧਾਨ ਸੀਗੇ, ਉਹਨਾਂ ਨਾਲ ਸੁਬਾਹ ਗੱਲ ਕੀਤੀ ਵੀ ਕਲੀਨਿਕ ਆਪਣੀ ਮੈਡੀਕਲ ਲਾਈਨ ਬੰਦ ਨਹੀਂ ਹੈ। ਉਹ ਕਹਿੰਦੇ ਜੀ ਤੁਸੀਂ ਖੋਲ ਸਕਦੇ ਹੋ, ਪਰ ਕੋਈ ਡਿਸਟਰਬ ਨਹੀਂ ਕਰੂਗਾ। ਆਪਾਂ ਉਹਨਾਂ ਤੋਂ ਪੁੱਛ ਕੇ ਫਿਰ ਸ਼ੌਪ ਸਾਰੇ ਆਲੇ ਦੁਆਲੇ ਪੁੱਛ ਕੇ ਸ਼ੌਪ ਓਪਨ ਕੀਤੀ। ਸ਼ੌਪ ਓਪਨ ਕਰਨ ਤੋਂ ਬਾਅਦ ਆਪਾਂ ਜਿੱਦਾਂ ਪੇਸ਼ੈਂਟ ਦੇਖ ਰਿਹਾ ਸੀਗਾ, ਮੈਂ ਰੂਟੀਨ ਦੇ ਵਿੱਚ ਜਿੱਦਾਂ ਪੇਸ਼ੈਂਟ ਦੇਖ ਕੇ ਕੱਢੇ ਆ, ਉਹ ਤੋਂ ਬਾਅਦ ਪ੍ਰਦਰਸ਼ਨ ਆਇਆ ਬਾਹਰ। ਪ੍ਰਦਰਸ਼ਨ ਕਹਿੰਦਾ ਬਾਹਰ ਸ਼ੌਪ ਬੰਦ ਕਰਾਉਂਦੇ ਪਏ ਨੇ ਤੇ ਸ਼ੌਪ ਬੰਦ ਕਰਦੇ ਹੋ। ਸ਼ੌਪ ਬੰਦ ਕਰਦੇ ਕਰਦੇ ਇਹਨਾਂ ਨੇ ਸ਼ੌਪ ਆਪਣੇ ਹਾਫ ਸ਼ਟਰ ਸੈੱਟ ਦਾ ਸੀਗਾ, ਹਾਫ ਤੋਂ ਨੀਚੇ ਸੀਗਾ। ਉਹਨਾਂ ਨੇ ਪਹਿਲਾਂ ਪੱਥਰ ਮਾਰ ਕੇ ਸ਼ੀਸ਼ੇ ਵਗੈਰੇ ਬੰਦੇ। ਸ਼ੀਸ਼ੇ ਭੰਨਣ ਤੋਂ ਬਾਅਦ ਫਿਰ ਪਹਿਲਾਂ ਉੱਪਰ 2-4 ਮੁੰਡਿਆਂ ਨੇ ਬੋਰਡ ਪੜਿਆ, ਬੋਰਡ ਪੜ ਕੇ ਮੋਟਰਸਾਈਕਲ ਤੋਂ ਉਤਰ ਕੇ ਸਿੱਧੇ ਵੱਜ ਗਏ। ਉਸ ਤੋਂ ਬਾਅਦ ਬ੍ਰਦਰ ਬਾਹਰ ਖੜਾ ਸੀ, ਪਹਿਲਾਂ ਉਹਦੇ ਥੱਪੜ ਮਾਰੇ ਆ। ਮੈਂ ਬਾਹਰ ਆਇਆ, ਮੈਨੂੰ ਨਾਲ ਦੇ ਪਿੱਛੇ ਇੱਕ ਮੁੰਡੇ ਨੇ ਧੱਕਾ ਮਾਰਿਆ। ਧੱਕਾ ਮਾਰਨ ਤੋਂ ਬਾਅਦ ਉਹਦੇ ਨਾਲ ਨੁਕੀਲੀ ਕੋਈ ਚੀਜ਼ ਸੀਗੀ ਧਾਰਦਾਰ, ਉਹ ਉਹਨੇ ਮਾਰੇ ਪਿੱਛੇ ਤੇ। ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਾ, 2-3 ਮਿੰਟਾਂ ਦੇ ਵਿੱਚ ਚੱਲ ਗਏ ਸੀ ਮੁੰਡੇ। ਤੇ ਉਸ ਤੋਂ ਬਾਅਦ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਆ? ਤੁਸੀਂ ਪੁਲਿਸ ਦੇ ਵਿੱਚ ਕੋਈ ਇਹਦੀ ਸ਼ਿਕਾਇਤ ਦਰਜ ਕਰਵਾਈ ਹੈ ਜੀ? ਹਾਂਜੀ ਹਾਂਜੀ, ਉਹਨਾਂ ਨੇ ਆਪਣੇ FIR ਕਟਵਾਈ ਉਹਨਾਂ ਦੀ। ਤੇ ਪੁਲਿਸ ਵੱਲੋਂ ਆਪਾਂ ਨੂੰ ਮਿਲਿਆ ਜਿੱਦਾਂ ਹਾਂਜੀ ਕਹਿੰਦੇ ਆਪਣੇ ਕੋਆਪਰੇਟ ਪ੍ਰੋਪਰ ਕਰਦੀ ਹੈ ਪੁਲਿਸ ਆਪਣੇ ਨਾਲ। ਠੀਕ ਹੈ ਜੀ। ਤੇ ਸੰਤੁਸ਼ਟ ਹੋ ਜੀ ਪੁਲਿਸ ਦੀ ਕਾਰਵਾਈ ਤੋਂ? ਹਾਂਜੀ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਸਿਰਫ ਇਸ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਧਾਰਮਿਕ ਪਛਾਣ ਇੱਕ ਕਾਰਨ ਬਣੀ ਆ ਕਿ ਤੁਹਾਡਾ ਬੋਰਡ ਪੜਿਆ ਜਿਵੇਂ ਤੁਸੀਂ ਕਹਿ ਰਹੇ ਹੋ? ਹਾਂਜੀ, ਕਿਉਂਕਿ ਪਹਿਲਾਂ ਸੀਗੇ ਆਪਣੇ ਜਿੱਦਾਂ ਆਲਮੋਸਟ ਪਹਿਲਾਂ ਸ਼ੌਪ ਤਾਂ ਬੰਦ, ਕਿਉਂਕਿ ਨਾਲ ਦੀ ਆਪਣੀ ਜਿਹੜੀ ਸ਼ੌਪ ਆ ਨਾਲ ਦੀ ਗੁਆਂਢੀਆਂ ਦੀ, ਉਹਨਾਂ ਦੇ ਵੀ ਹਾਫ ਤੋਂ ਉੱਪਰ ਸ਼ਟਰ ਸੀਗਾ। ਉਹਨਾਂ ਨਾਲ ਹੀ ਕੋਈ ਵੀ ਏਦਾਂ ਦੀ ਵਾਪਰੀ ਕੋਈ ਵੀ ਘਟਨਾ ਨਾ, ਤੇ ਆਪਣਾ ਜਿੱਦਾਂ ਬੋਰਡ ਵਰ ਕੇ ਮੁੰਡੇ ਨਾਲ ਹੀ ਦੋਨੋਂ ਨੱਠੇ ਮਗਰ। ਅੱਛਾ, ਮਤਲਬ ਤੁਹਾਡਾ ਬੋਰਡ ਤੇ ਤੁਹਾਡਾ ਇਸਲਾਮਿਕ ਨਾਂ ਲਿਖਿਆ ਹੋਇਆ ਸੀ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ। ਤੇ ਹੁਣ ਕੀ ਤੁਹਾਨੂੰ ਕਿੰਨੀ ਕੁ ਤੁਹਾਡੇ ਸੱਟ ਵੱਜੀ ਆ, ਕਿ ਤੁਹਾਡੀ ਸਿਹਤ ਕਿਵੇਂ ਆ ਹੁਣ? ਮੇਰੇ ਸੱਟ ਵੱਜੀ ਆ ਆਪਣੇ ਜਿੱਦਾਂ ਮੱਥੇ ਤੇ 4 ਸਟਿਚਿੰਗ ਹੈ ਨੇ। ਓਕੇ। ਜਿਹਦੇ ਵਿੱਚ ਹਾਂਜੀ। ਤੇ ਜਿਹੜੇ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ ਕੀ ਤੁਸੀਂ ਉਹਨਾਂ ਨੂੰ ਪਛਾਣਦੇ ਹੋ? ਉਹਨਾਂ ਦੀ ਪਛਾਣ ਹੋ ਗਈ ਹੈ ਜੀ? ਹਾਂਜੀ। ਲੋਕਲ ਲੋਕ ਨੇ ਉਹ ਵੀ? ਉਹਨਾਂ ਦੇ ਲੋਕ ਹਾਂਜੀ ਲੋਕਲੀ ਨੇ। ਤੇ ਉਹਦਾ ਮੁੰਡੇ ਦਾ ਨਾਮ ਸੀਗਾ, ਇੱਕ ਦਾ ਹੈਗਾ ਆਪਣੇ ਬੁੱਟਾ। ਅੱਛਾ ਜੀ। ਹਾਂਜੀ, ਇੱਕ ਹੈਗਾ ਜਿੱਦਾਂ ਜੰਗਲੀ। ਠੀਕ ਹੈ ਜੀ। ਹਾਂਜੀ, ਇੱਕ ਆਪਣੇ ਇਹਦਾ ਨਾਮ ਸੀਗਾ ਮਨਜੀਤ ਵਾਹ। ਤੇ ਮਨਜੀਤ ਹਾਂਜੀ। ਮੁਹੰਮਦ ਸਾਹਿਬ, ਜਿਹੜੀ ਤੁਹਾਡੇ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਬੰਦ ਕਰਵਾ ਰਹੇ ਸੀ, ਉਹਨਾਂ ਦੇ ਪ੍ਰਧਾਨ ਨਾਲ ਤੁਹਾਡੀ ਸਵੇਰੇ ਗੱਲਬਾਤ ਹੋਈ ਆ ਵੀ ਤੁਸੀਂ ਖੋਲ ਸਕਦੇ ਹੋ ਕਿਉਂਕਿ ਤੁਸੀਂ ਡਾਕਟਰੀ ਕਿੱਤੇ ਨਾਲ ਜੁੜੇ ਹੋ, ਜਿਨ੍ਹਾਂ ਨੂੰ ਛੋਟ ਹੁੰਦੀ ਆ ਬੰਦ ਵੀ ਜਾਂ ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੇ, ਤਾਂ ਉਹਨਾਂ ਨਾਲ ਤੁਹਾਡਾ ਬਾਅਦ ਵਿੱਚ ਕੋਈ ਸੰਪਰਕ ਹੋਇਆ? ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਇਸ ਘਟਨਾ ਤੋਂ ਬਾਅਦ? ਹਾਂਜੀ, ਉਹਦੇ ਘਟਨਾ ਤੋਂ ਬਾਅਦ ਉਹਨਾਂ ਆਏ ਸੀਗੇ। ਉਹ ਕਹਿੰਦੇ ਸੀਗੇ ਸਾਡੀ ਜਿਹੜੀ ਕੋਲ ਸ਼ੌਪ ਦੀ ਕੋਲ ਸੀਗੀ ਉਹ ਸੀਗੀ ਸਿਰਫ 12 ਵਜੇ ਤੱਕ ਦੀ। 12 ਵਜੇ ਤੋਂ ਬਾਅਦ ਓਪਨ ਸ਼ੌਪ ਕਰਵਾਉਣੀ ਸ਼ੁਰੂ ਕਰਵਾਤੀਆਂ ਸੀ। ਮੇਰੇ ਨਾਲ ਜਿਹੜੀ ਘਟਨਾ ਵਾਪਰੀ ਆ ਵਾਪਰੀ ਮੇਰੇ ਨਾਲ 12:30 ਤੋਂ 1 ਦੇ ਵਿੱਚ। ਓਕੇ, ਮਤਲਬ ਬੰਦ 12 ਵਜੇ ਤੱਕ ਦਾ ਸੀ ਤੇ ਤੁਹਾਡੇ ਤੇ ਹਮਲਾ 12 ਤੋਂ ਬਾਅਦ ਹੋਇਆ? ਹਾਂਜੀ। ਅੱਛਾ, ਮਤਲਬ ਇਹ 12 ਵਜੇ ਤੋਂ ਬਾਅਦ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਲੀਅਰ ਕਰ ਦਈਏ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਧਾਰਮਿਕ ਪਛਾਣ ਦਾ ਮਾਮਲਾ ਆ ਕਿ ਟਾਂਡਾ ਦੇ ਵਿੱਚ ਬਿਲਕੁਲ ਜਿਹੜੀਆਂ ਹਿੰਦੂ ਭਾਵਨਾਵਾਂ ਨੇ, ਹਿੰਦੂ ਧਰਮ ਦੀਆਂ ਭਾਵਨਾਵਾਂ ਨੇ, ਕਿ ਉਹਨਾਂ ਦੇ ਉੱਤੇ ਜ਼ਰੂਰ ਸੱਟ ਵੱਜੀ ਤੇ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ। ਤੇ ਜਿਵੇਂ ਸਾਡੇ ਨਾਲ ਜੁੜੇ ਨੇ ਮੁਹੰਮਦ ਸ਼ਾਹਿਦ, ਡਾਕਟਰੀ ਦਾ ਕਿੱਤਾ ਕਰਦੇ ਨੇ, ਤੇ ਇਹਨਾਂ ਨੇ ਦੱਸਿਆ ਹੈ ਕਿ
ਇਹ ਜਿਹੜੇ ਬੰਦ ਕਰਵਾ ਰਹੇ ਸੀ ਆਗੂ, ਉਹਨਾਂ ਦੇ ਨਾਲ ਸਵੇਰੇ ਗੱਲਬਾਤ ਵੀ ਹੋਈ। ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਕੀ ਇਹ ਆਪਣੀ ਦੁਕਾਨ, ਆਪਣਾ ਕਲੀਨਿਕ ਖੋਲ੍ਹ ਸਕਦੇ ਨੇ ਮਰੀਜ਼ਾਂ ਲਈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹ ਸਕਦੇ ਹੋ। ਪਰ 12 ਵਜੇ ਤੱਕ ਬੰਦ ਦੀ ਕਾਲ ਸੀ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਉਸ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਦੀ ਸਕਰੀਨ 'ਤੇ। ਉਹ ਵੀਡੀਓਜ਼ ਲਗਾਤਾਰ ਚੱਲ ਰਹੀਆਂ ਨੇ ਕਿ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਆ। ਅਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਬੋਰਡ ਪੜ੍ਹਿਆ, ਨਾਲ ਦੀ ਦੁਕਾਨ ਵੀ, ਜਿਵੇਂ ਇਹਨਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਸੀ ਉਸੇ ਤਰ੍ਹਾਂ ਖੁੱਲ੍ਹਾ ਸੀ, ਪਰ ਉਸ 'ਤੇ ਹਮਲਾ ਨਹੀਂ ਹੋਇਆ, ਤਾਂ ਇਹਨਾਂ ਦੇ ਉੱਤੇ ਹਮਲਾ ਹੋਇਆ। ਤਾਂ ਇੱਕ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਹੜੀਆਂ ਧਾਰਮਿਕ ਪਛਾਣਾਂ ਨੇ, ਘੱਟ ਗਿਣਤੀ ਪਛਾਣਾਂ ਨੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਯੂਪੀ ਹੋਵੇ, ਰਾਜਸਥਾਨ ਹੋਵੇ ਜਾਂ ਹੋਰ ਹਿੰਦੀ ਭਾਸ਼ੀ ਖੇਤਰ ਦੇ ਸੂਬੇ ਹੋਣ, ਉਹਨਾਂ ਦੇ ਵਿੱਚ ਇਹ ਹੁੰਦੇ ਰਹੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਇੱਕ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ, ਅਤੇ ਇਸ ਤਰ੍ਹਾਂ ਹਮਲੇ ਕਰਨੇ ਬਹੁਤ ਵੱਡੇ ਸਵਾਲ ਖੜ੍ਹੇ ਕਰ ਰਿਹਾ ਪੰਜਾਬ ਦੀ ਸਰਕਾਰ 'ਤੇ ਵੀ ਅਤੇ ਪੁਲਿਸ ਪ੍ਰਸ਼ਾਸਨ 'ਤੇ ਵੀ। ਤਾਂ ਕੀ ਕਾਰਵਾਈ ਹੁੰਦੀ ਆ? ਜਿਵੇਂ ਸ਼ਾਹਿਦ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਆ, ਪਰ ਇਹ ਕਾਰਵਾਈ ਹੁੰਦੀ ਆ ਕਿਉਂਕਿ ਲੋਕ ਪਛਾਣੇ ਗਏ ਨੇ, ਸਥਾਨਕ ਲੋਕ ਨੇ, ਹਮਲਾ ਕਰਨ ਵਾਲੇ ਲੋਕਲ ਨੇ, ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਪਰ ਇੱਕ ਵੱਡਾ ਸਵਾਲ ਆ ਪੰਜਾਬ ਦੇ ਸਾਰੇ ਮਾਹੌਲ ਨੂੰ ਲੈ ਕੇ, ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਮਾਜ ਆ, ਇਸ ਤਰ੍ਹਾਂ ਦਾ ਮਾਹੌਲ ਨਹੀਂ ਆ, ਪਰ ਜਿਹੜੇ ਅਨਸਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੁਹੰਮਦ ਸ਼ਾਹਿਦ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ, ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਸਾਰੀ ਗੱਲਬਾਤ ਆ ਇਹ ਤੁਹਾਨੂੰ ਦੱਸੀ ਆ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ, ਅਤੇ ਬੜੀ ਚਿੰਤਾਜਨਕ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਮਾਹੌਲ ਪੂਰਾ ਖਰਾਬ ਕਰਨ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਇੱਕ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਚੈਲੰਜ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਂਤੀ ਮਾਰਚ ਵੀ ਕੱਢੇ ਗਏ ਨੇ ਜਾਂ ਹੋਰ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਸਿਰਜਿਆ ਗਿਆ। ਤਾਂ ਹੁਣ ਜਦੋਂ ਉਹ ਸਰਕਾਰ ਬਣਾ ਚੁੱਕੇ ਨੇ ਤਾਂ ਉਸ ਮੌਕੇ ਧਾਰਮਿਕ ਘੱਟ ਗਿਣਤੀਆਂ, ਜਿਵੇਂ ਬਾਕੀ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ, ਉਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਪੰਜਾਬ 'ਚ ਇਸ ਤਰ੍ਹਾਂ ਵਾਪਰਨ ਤਾਂ ਬੜਾ ਇੱਕ ਸਰਕਾਰ ਦੇ ਉੱਤੇ ਇੱਕ ਚੈਲੰਜ, ਇੱਕ ਟਾਈਮ ਆ, ਅਸੀਂ ਕਹਿ ਸਕਦੇ ਹਾਂ ਕਿ ਚੈਲੰਜ ਆ ਕਿ ਕੀ ਉਹ ਇਨਸਾਫ ਦੇ ਸਕਦੀ ਆ ਸਰਕਾਰ ਇਸ ਤਰ੍ਹਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਾਂ ਨਹੀਂ। ਉਹ ਇਸ ਕੇਸ ਦੇ ਵਿੱਚ ਵੀ ਹੁਣ ਸਰਕਾਰ ਦੀ ਕਾਰਵਾਈ ਤੋਂ ਜ਼ਰੂਰ ਸਪਸ਼ਟ ਹੋਵੇਗਾ। ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਹੋਰ ਅਪਡੇਟਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਇੱਕ ਸ਼ਹਿਰ ਪੈਂਦਾ ਹੈ ਟਾਂਡਾ, ਅਤੇ ਟਾਂਡਾ ਵਿੱਚ ਇੱਕ ਵੱਡੀ ਘਟਨਾ ਵਾਪਰੀ ਸੀ। ਕੁਝ ਗਾਵਾਂ ਨੂੰ ਕਿਸੇ ਵੱਲੋਂ ਬੜੀ ਬੁਰੀ ਤਰ੍ਹਾਂ ਵੱਢ ਕੇ ਅਤੇ ਉੱਥੇ ਸੁੱਟਿਆ ਗਿਆ ਸੀ, ਜਿਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਸੀ ਅਤੇ ਹਿੰਦੂ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਵਿੱਚ ਸੜਕ ਬੰਦ ਕਰ ਦਿੱਤੀ ਗਈ ਸੀ। ਤਾਂ ਉਸ ਤੋਂ ਬਾਅਦ ਅੱਜ ਉੱਥੇ ਸਥਾਨਕ ਹਿੰਦੂ ਜਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਦੇ ਵਿੱਚ ਸ਼ਹਿਰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਸੀ। ਤਾਂ ਸ਼ਹਿਰ ਬੰਦ ਸੀ ਲਗਭਗ, ਪਰ ਇੱਕ ਬੜੀ ਮੰਦਭਾਗੀ ਘਟਨਾ ਸ਼ਹਿਰ 'ਚ ਵਾਪਰੀ ਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਪ੍ਰਭਾਤ ਚੌਂਕ ਇੱਕ ਜਗ੍ਹਾ ਪੈਂਦੀ ਆ, ਉੱਥੇ ਇੱਕ ਮੁਸਲਿਮ ਧਰਮ ਨਾਲ ਸੰਬੰਧਿਤ ਨੌਜਵਾਨ ਨੇ ਜੋ ਡਾਕਟਰੀ ਦਾ ਕਿੱਤਾ ਕਰਦੇ ਨੇ, ਜਿਨ੍ਹਾਂ ਦਾ ਕਲੀਨਿਕ ਆ ਡਾਕਟਰ ਮੁਹੰਮਦ ਸ਼ਾਹਿਦ। ਡਾਕਟਰ ਮੁਹੰਮਦ ਸ਼ਾਹਿਦ ਨੇ ਰੋਜ਼ਾਨਾ ਵਾਂਗ ਆਪਣਾ ਕਲੀਨਿਕ ਖੋਲ੍ਹਿਆ ਹੋਇਆ ਸੀ, ਅਤੇ ਉਹਨਾਂ ਇਹ ਜਾਣਕਾਰੀ ਮਿਲੀ ਆ ਕਿ ਬੰਦ ਕਰਵਾ ਰਹੇ ਹਿੰਦੂ ਜਥੇਬੰਦੀਆਂ ਨਾਲ ਸੰਬੰਧਿਤ ਨੌਜਵਾਨਾਂ ਵੱਲੋਂ ਡਾਕਟਰ ਮੁਹੰਮਦ ਸ਼ਾਹਿਦ ਦੇ ਉੱਤੇ ਹਮਲਾ ਕੀਤਾ ਗਿਆ, ਅਤੇ ਉਹਨਾਂ ਦਾ ਸਿਰ ਦੇ ਉੱਤੇ ਕਾਫੀ ਗੰਭੀਰ ਸੱਟਾਂ ਵੱਜੀਆਂ ਨੇ, ਅਤੇ ਪੁਲਿਸ ਤੱਕ ਮਾਮਲਾ ਗਿਆ। ਹਸਪਤਾਲ 'ਚ ਜ਼ੇਰੇ ਇਲਾਜ ਨੇ, ਅਤੇ ਪੁਲਿਸ ਨੇ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਆ। ਤਾਂ ਇਹ ਕਿਵੇਂ ਘਟਨਾ ਵਾਪਰੀ, ਇਹ ਕਿਉਂਕਿ ਬੜੀ ਮੰਦਭਾਗੀ ਘਟਨਾ ਆ ਕਿ ਕਿਵੇਂ ਇੱਕ ਖਾਸ ਧਰਮ ਦੇ ਵਿਅਕਤੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਗਿਆ, ਜੋ ਕਿ ਡਾਕਟਰੀ ਦਾ ਜੋ ਕਿੱਤਾ ਆ ਉਹ ਆਪਣਾ ਕਿੱਤਾ ਰੋਜ਼ਾਨਾ ਵਾਂਗ ਕਰ ਰਹੇ ਸੀ। ਤਾਂ ਇਹ ਘਟਨਾ ਕਿਵੇਂ ਵਾਪਰੀ, ਅਸੀਂ ਡਾਕਟਰ ਸ਼ਾਹਿਦ ਸਾਡੇ ਨਾਲ ਲਾਈਨ 'ਤੇ ਜੁੜੇ ਹੋਏ ਨੇ, ਉਹਨਾਂ ਤੋਂ ਜਾਣਦੇ ਹਾਂ ਕਿ ਕਿਉਂ ਉਹਨਾਂ ਦੇ ਉੱਤੇ ਇਸ ਤਰ੍ਹਾਂ ਭੀੜ ਨੇ ਹਮਲਾ ਕੀਤਾ। ਤਾਂ ਡਾਕਟਰ ਸ਼ਾਹਿਦ, ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਇਸ ਵੇਲੇ ਲਾਈਨ 'ਤੇ ਅਵੇਲੇਬਲ ਹੋ? ਹਾਂਜੀ, ਕਿਵੇਂ ਘਟਨਾ ਵਾਪਰੀ? ਸਾਡੇ ਤੱਕ ਜਿਹੜੀਆਂ ਵੀਡੀਓਜ਼ ਆਈਆਂ ਨੇ ਉਹ ਅਸੀਂ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤਾ ਕੀਤਾ ਆ ਕਿ ਜਿਸ ਤਰ੍ਹਾਂ ਤੁਹਾਡੇ 'ਤੇ ਕੁਝ ਲੋਕ ਹਮਲਾ ਕਰ ਰਹੇ ਨੇ ਅਤੇ ਤੁਹਾਡੀਆਂ ਹੌਸਪੀਟਲ ਦੇ ਵਿੱਚ ਤੁਸੀਂ ਜ਼ੇਰੇ ਇਲਾਜ ਹੋ, ਤੁਹਾਡੇ ਸਿਰ 'ਤੇ ਸੱਟ ਵੱਜੀ ਆ, ਤਾਂ ਇਹ ਕੀ ਘਟਨਾ ਵਾਪਰੀ ਜੀ? ਆਪਣੀ ਐਕਚੁਅਲੀ ਇੱਦਾਂ ਸੀਗਾ ਜਿੱਦਾਂ ਰੂਟੀਨ ਦੇ ਵਿੱਚ ਆਪਾਂ ਜਿੱਦਾਂ ਸ਼ੌਪ ਖੋਲੀ ਦੀ ਹੈ, ਆਪਾਂ ਸ਼ੌਪ ਉੱਦਾਂ ਹੀ ਖੋਲੀ ਸੀਗੀ ਮਾਰਨਿੰਗ ਆ ਕੇ। ਤੇ ਜਿਹੜੇ ਇਹਨਾਂ ਦੇ ਲੀਡਰ ਸੀਗੇ, ਇਹਨਾਂ ਦੇ ਜਿਹੜੇ ਪ੍ਰਧਾਨ ਸੀਗੇ, ਉਹਨਾਂ ਨਾਲ ਸੁਬਾਹ ਗੱਲ ਕੀਤੀ ਵੀ ਕਲੀਨਿਕ ਆਪਣੀ ਮੈਡੀਕਲ ਲਾਈਨ ਬੰਦ ਨਹੀਂ ਹੈ,
ਉਹ ਕਹਿੰਦੇ ਜੀ ਤੁਸੀਂ ਖੋਲ ਸਕਦੇ ਹੋ, ਤੁਹਾਨੂੰ ਕੋਈ ਡਿਸਟਰਬ ਨਹੀਂ ਕਰੂਗਾ। ਆਪਾਂ ਉਹਨਾਂ ਤੋਂ ਪੁੱਛ ਕੇ ਫਿਰ ਸ਼ੋਪ ਸਾਰੇ ਆਲੇ ਦੁਆਲੇ ਪੁੱਛ ਕੇ ਸ਼ੋਪ ਓਪਨ ਕੀਤੀ। ਸ਼ੋਪ ਓਪਨ ਕਰਨ ਤੋਂ ਬਾਅਦ ਆਪਾਂ ਜਿੱਦਾਂ ਪੇਸ਼ੈਂਟ ਦੇਖ ਰਿਹਾ ਸੀਗਾ, ਮੈਂ ਰੂਟੀਨ ਦੇ ਵਿੱਚ ਜਿੱਦਾਂ ਪੇਸ਼ੈਂਟ ਦੇਖ ਕੇ ਹਟੇ ਆ, ਉਹ ਤੋਂ ਬਾਅਦ ਬ੍ਰਦਰ ਆਇਆ ਬਾਹਰ। ਬ੍ਰਦਰ ਕਹਿੰਦਾ ਬਾਹਰ ਸ਼ੋਪ ਬੰਦ ਕਰਾਉਂਦੇ ਪਏ ਨੇ ਤੇ ਸ਼ੋਪ ਬੰਦ ਕਰਦੇ ਹੋ। ਸ਼ੋਪ ਬੰਦ ਕਰਦੇ ਕਰਦੇ ਇਹਨਾਂ ਨੇ ਸ਼ੋਪ ਆਪਣੇ ਹਾਫ ਸ਼ਟਰ ਸੈੱਟ ਦਾ ਸੀਗਾ, ਆਪ ਤੋਂ ਨੀਚੇ ਸੀਗਾ। ਉਹਨਾਂ ਨੇ ਪਹਿਲਾਂ ਪੱਥਰ ਮਾਰ ਕੇ ਸ਼ੀਸ਼ੇ ਵਗੈਰੇ ਬੰਦੇ, ਸ਼ੀਸ਼ਾ ਬਣਨ ਤੋਂ ਬਾਅਦ ਫਿਰ ਪਹਿਲਾਂ ਉੱਪਰ 2-4 ਮੁੰਡਿਆਂ ਨੇ ਬੋਰਡ ਪੜਿਆ, ਬੋਰਡ ਪੜ ਕੇ ਮੋਟਰਸਾਈਕਲ ਤੇ ਉੱਤਰ ਕੇ ਸਿੱਧੇ ਵੱਜ ਗਏ। ਉਸ ਤੋਂ ਬਾਅਦ ਬ੍ਰਦਰ ਬਾਹਰ ਖੜਾ ਸੀ, ਪਹਿਲਾਂ ਉਹਦੇ ਥੱਪੜ ਮਾਰਿਆ। ਮੈਂ ਬਾਹਰ ਆਇਆ, ਮੈਨੂੰ ਨਾਲ ਦੇ ਪਿੱਛੇ ਇੱਕ ਮੁੰਡੇ ਨੇ ਧੱਕਾ ਮਾਰਿਆ। ਧੱਕਾ ਮਾਰਨ ਤੋਂ ਬਾਅਦ ਨਾਲੇ ਉਹਦੇ ਨਾਲ ਨੁਕੀਲੀ ਕੋਈ ਚੀਜ਼ ਸੀਗੀ ਧਾਰਦਾਰ, ਉਹ ਉਹਨੇ ਮਾਰੇ ਪਿੱਛੇ ਤੇ। ਫਿਰ ਉਸ ਤੋਂ ਬਾਅਦ ਪਤਾ ਨਹੀਂ ਲੱਗਾ, 2-3 ਮਿੰਟਾਂ ਦੇ ਵਿੱਚ ਚੱਲ ਗਏ ਸੀ ਮੁੰਡੇ। ਤੇ ਉਸ ਤੋਂ ਬਾਅਦ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਆ? ਤੁਸੀਂ ਪੁਲਿਸ ਦੇ ਵਿੱਚ ਕੋਈ ਇਹਦੀ ਸ਼ਿਕਾਇਤ ਦਰਜ ਕਰਵਾਈ ਹੈ ਜੀ? ਹਾਂਜੀ ਹਾਂਜੀ, ਉਹਨਾਂ ਨੇ ਆਪਣੇ FIR ਕਟਵਾਈ ਉਹਨਾਂ ਦੀ, ਤੇ ਪੁਲਿਸ ਵੱਲੋਂ ਆਪਾਂ ਨੂੰ ਮਿਲਿਆ ਜਿੱਦਾਂ ਹਾਂਜੀ ਕਹਿੰਦੇ ਆਪਣੇ ਕੋਆਪਰੇਟ ਪ੍ਰੋਪਰ ਕਰਦੀ ਹੈ ਪੁਲਿਸ ਆਪਣੇ ਨਾਲ। ਠੀਕ ਹੈ ਜੀ। ਤੇ ਸੰਤੁਸ਼ਟ ਹੋ ਜੀ ਪੁਲਿਸ ਦੀ ਕਾਰਵਾਈ ਤੋਂ? ਹਾਂਜੀ। ਤੇ ਤੁਹਾਨੂੰ ਕੀ ਲੱਗ ਰਿਹਾ ਵੀ ਸਿਰਫ ਇਸ ਕਰਕੇ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ ਕਿ ਧਾਰਮਿਕ ਪਛਾਣ ਇੱਕ ਕਾਰਨ ਬਣੀ ਆ ਕਿ ਤੁਹਾਡਾ ਬੋਰਡ ਪੜਿਆ ਜਿਵੇਂ ਤੁਸੀਂ ਕਹਿ ਰਹੇ ਹੋ? ਹਾਂਜੀ, ਕਿਉਂਕਿ ਪਹਿਲਾਂ ਸੀਗੇ ਆਪਣੇ ਜਿੱਦਾਂ ਆਲਮੋਸਟ ਪਹਿਲਾਂ ਸ਼ੋਪ ਤਾਂ ਬੰਦ, ਕਿਉਂਕਿ ਨਾਲ ਦੀ ਆਪਣੀ ਜਿਹੜੀ ਸ਼ੋਪ ਆ ਨਾਲ ਦੀ ਗੁਆਂਢੀਆਂ ਦੀ, ਉਹਨਾਂ ਦੇ ਵੀ ਹਾਫ ਤੋਂ ਉੱਪਰ ਸ਼ਟਰ ਸੀਗਾ। ਉਹਨਾਂ ਨਾਲ ਹੀ ਕੋਈ ਵੀ ਏਦਾਂ ਦੀ ਵਾਪਰੀ ਕੋਈ ਵੀ ਘਟਨਾ ਨਾ, ਤੇ ਆਪਣਾ ਜਿੱਦਾਂ ਬੋਰਡ ਵੜ ਕੇ ਮੁੰਡੇ ਨਾਲ ਹੀ ਦੋਨੋਂ ਨੱਠੇ ਮਗਰ। ਅੱਛਾ, ਮਤਲਬ ਤੁਹਾਡਾ ਬੋਰਡ ਤੇ ਤੁਹਾਡਾ ਇਸਲਾਮਿਕ ਨਾਂ ਲਿਖਿਆ ਹੋਇਆ ਸੀ ਤੇ ਇਸ ਕਰਕੇ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਨਿਸ਼ਾਨਾ ਬਣਾਇਆ ਗਿਆ। ਤੇ ਹੁਣ ਕੀ ਤੁਹਾਨੂੰ ਕਿੰਨੀ ਕੁ ਤੁਹਾਡੇ ਸੱਟ ਵੱਜੀ ਆ, ਕਿ ਤੁਹਾਡੀ ਸਿਹਤ ਕਿਵੇਂ ਆ ਹੁਣ? ਮੇਰੇ ਸੱਟ ਵੱਜੀ ਆ ਆਪਣੇ ਜਿੱਦਾਂ ਮੱਥੇ ਤੇ 4 ਸਟਿਚਿੰਗ ਹੈ ਨੇ। ਓਕੇ। ਜਿਹਦੇ ਵਿੱਚ ਹਾਂਜੀ। ਤੇ ਜਿਹੜੇ ਬੰਦਿਆਂ ਨੇ ਤੁਹਾਡੇ ਤੇ ਹਮਲਾ ਕੀਤਾ, ਕੀ ਤੁਸੀਂ ਉਹਨਾਂ ਨੂੰ ਪਛਾਣਦੇ ਹੋ? ਉਹਨਾਂ ਦੀ ਪਛਾਣ ਹੋ ਗਈ ਹੈ ਜੀ? ਹਾਂਜੀ। ਲੋਕਲ ਲੋਕ ਨੇ ਉਹ ਵੀ? ਉਹਨਾਂ ਦੇ ਲੋਕ ਹਾਂਜੀ ਲੋਕਲੀ ਨੇ, ਤੇ ਉਹਦਾ ਮੁੰਡੇ ਦਾ ਨਾਮ ਸੀਗਾ, ਇੱਕ ਦਾ ਹੈਗਾ ਆਪਣੇ ਬੁੱਟਾ। ਅੱਛਾ ਜੀ। ਹਾਂਜੀ, ਇੱਕ ਹੈਗਾ ਜਿੱਦਾਂ ਜੰਗਲੀ। ਠੀਕ ਹੈ ਜੀ। ਹਾਂਜੀ, ਇੱਕ ਆਪਣੇ ਇਹਦਾ ਨਾਮ ਸੀਗਾ ਮਨਜੀਤ ਤੇ ਮਨਜੀਤ। ਹਾਂਜੀ ਮੁਹੰਮਦ ਸਾਹਿਬ, ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੇ ਬੰਦ ਕਰਵਾ ਰਹੇ ਸੀ, ਉਹਨਾਂ ਦੇ ਪ੍ਰਧਾਨ ਨਾਲ ਤੁਹਾਡੀ ਸਵੇਰੇ ਗੱਲਬਾਤ ਹੋਈ ਆ ਵੀ ਤੁਸੀਂ ਖੋਲ ਸਕਦੇ ਹੋ ਕਿਉਂਕਿ ਤੁਸੀਂ ਡਾਕਟਰੀ ਕਿੱਤੇ ਨਾਲ ਜੁੜੇ ਹੋ, ਜਿਨ੍ਹਾਂ ਨੂੰ ਛੋਟ ਹੁੰਦੀ ਆ ਬੰਦ ਵੀ ਜਾਂ ਕੁਛ ਇਸ ਤਰ੍ਹਾਂ ਦੀ ਘਟਨਾ ਵਾਪਰੇ, ਤਾਂ ਉਹਨਾਂ ਨਾਲ ਤੁਹਾਡਾ ਬਾਅਦ ਵਿੱਚ ਕੋਈ ਸੰਪਰਕ ਹੋਇਆ? ਉਹਨਾਂ ਨੇ ਤੁਹਾਡੇ ਨਾਲ ਰਾਬਤਾ ਕੀਤਾ ਇਸ ਘਟਨਾ ਤੋਂ ਬਾਅਦ? ਹਾਂਜੀ, ਉਹਦੇ ਘਟਨਾ ਤੋਂ ਬਾਅਦ ਉਹਨਾਂ ਆਏ ਸੀਗੇ। ਉਹ ਕਹਿੰਦੇ ਸੀ ਕਿ ਸਾਡੀ ਜਿਹੜੀ ਕੋਲ ਸ਼ੋਪ ਦੀ ਕੋਲ ਸੀਗੀ ਉਹ ਸੀਗੀ ਸਿਰਫ 12 ਵਜੇ ਤੱਕ ਦੀ। 12 ਵਜੇ ਤੋਂ ਬਾਅਦ ਓਪਨ ਸ਼ੋਪ ਕਰਵਾਉਣੀ ਸ਼ੁਰੂ ਕਰਵਾਤੀਆਂ ਸੀ। ਮੇਰੇ ਨਾਲ ਜਿਹੜੀ ਘਟਨਾ ਵਾਪਰੀ ਮੇਰੇ ਨਾਲ 12:30 ਤੋਂ 1 ਦੇ ਵਿੱਚ। ਓਕੇ, ਮਤਲਬ ਬੰਦ 12 ਵਜੇ ਤੱਕ ਦਾ ਸੀ ਤੇ ਤੁਹਾਡੇ ਤੇ ਹਮਲਾ 12 ਤੋਂ ਬਾਅਦ ਹੋਇਆ? ਹਾਂਜੀ। ਅੱਛਾ, ਮਤਲਬ ਇਹ 12 ਵਜੇ ਤੋਂ ਬਾਅਦ ਤਾਂ ਅਸੀਂ ਆਪਣੇ ਦਰਸ਼ਕਾਂ ਨੂੰ ਇਹ ਜ਼ਰੂਰ ਕਲੀਅਰ ਕਰ ਦਈਏ ਕਿ ਇਹ ਤੁਸੀਂ ਦੇਖ ਸਕਦੇ ਹੋ ਕਿ ਇੱਕ ਧਾਰਮਿਕ ਪਛਾਣ ਦਾ ਮਾਮਲਾ ਆ ਕਿ ਟਾਂਡਾ ਦੇ ਵਿੱਚ ਬਿਲਕੁਲ ਜਿਹੜੀਆਂ ਹਿੰਦੂ ਭਾਵਨਾਵਾਂ ਨੇ, ਹਿੰਦੂ ਧਰਮ ਦੀਆਂ ਭਾਵਨਾਵਾਂ ਨੇ, ਕਿ ਉਹਨਾਂ ਦੇ ਉੱਤੇ ਜ਼ਰੂਰ ਸੱਟ ਵੱਜੀ ਤੇ ਬੰਦ ਦਾ ਸੱਦਾ ਵੀ ਦਿੱਤਾ ਗਿਆ ਸੀ। ਤੇ ਜਿਵੇਂ ਸਾਡੇ ਨਾਲ ਜੁੜੇ ਨੇ ਮੁਹੰਮਦ ਸ਼ਾਹਿਦ, ਇਹ ਡਾਕਟਰੀ ਦਾ ਕਿੱਤਾ ਕਰਦੇ ਨੇ, ਤੇ ਇਹਨਾਂ ਨੇ ਦੱਸਿਆ ਹੈ ਕਿ ਇਹ ਜਿਹੜੇ ਬੰਦ ਕਰਵਾ ਰਹੇ ਸੀ ਆਗੂ, ਉਹਨਾਂ ਦੇ ਨਾਲ ਸਵੇਰੇ ਗੱਲਬਾਤ ਵੀ ਹੋਈ। ਉਹਨਾਂ ਨੂੰ ਬਕਾਇਦਾ ਪੁੱਛਿਆ ਗਿਆ ਕਿ ਕੀ ਇਹ ਆਪਣੀ ਦੁਕਾਨ, ਆਪਣਾ ਕਲੀਨਿਕ ਖੋਲ੍ਹ ਸਕਦੇ ਨੇ ਮਰੀਜ਼ਾਂ ਲਈ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਖੋਲ੍ਹ ਸਕਦੇ ਹੋ। ਪਰ 12 ਵਜੇ ਤੱਕ ਬੰਦ ਦੀ ਕਾਲ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਉਸ ਦੀ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਦੀ ਸਕਰੀਨ ਤੇ। ਉਹ ਵੀਡੀਓਜ਼ ਲਗਾਤਾਰ ਚੱਲ ਰਹੀਆਂ ਨੇ ਕਿ ਜਿਸ ਤਰ੍ਹਾਂ ਇਹ ਹਮਲਾ ਕੀਤਾ ਗਿਆ ਆ। ਤੇ ਜਿਵੇਂ ਇਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਬੋਰਡ ਪੜਿਆ, ਨਾਲ ਦੀ ਦੁਕਾਨ ਵੀ, ਜਿਵੇਂ ਇਹਨਾਂ ਦੀ ਦੁਕਾਨ ਦਾ ਅੱਧਾ ਸ਼ਟਰ ਖੁੱਲ੍ਹਾ ਸੀ ਉਸੇ ਤਰ੍ਹਾਂ ਖੁੱਲ੍ਹਾ ਸੀ, ਪਰ ਉਸ 'ਤੇ ਹਮਲਾ ਨਹੀਂ ਹੋਇਆ, ਤਾਂ ਇਹਨਾਂ ਦੇ ਉੱਤੇ ਹਮਲਾ ਹੋਇਆ। ਤਾਂ ਇੱਕ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਲਗਾਤਾਰ ਜਿਹੜੀਆਂ
ਧਾਰਮਿਕ ਪਛਾਣਾਂ ਨੇ, ਘੱਟ ਗਿਣਤੀ ਪਛਾਣਾਂ ਨੇ, ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਯੂਪੀ ਹੋਵੇ, ਰਾਜਸਥਾਨ ਹੋਵੇ ਜਾਂ ਹੋਰ ਹਿੰਦੀ ਭਾਸ਼ੀ ਖੇਤਰ ਦੇ ਸੂਬੇ ਹੋਣ, ਉਹਨਾਂ ਦੇ ਵਿੱਚ ਇਹ ਹੁੰਦੇ ਰਹੇ ਨੇ। ਤਾਂ ਹੁਣ ਪੰਜਾਬ ਦੇ ਵਿੱਚ ਇਹ ਇੱਕ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਇੱਕ ਧਾਰਮਿਕ ਘੱਟ ਗਿਣਤੀ ਭਾਈਚਾਰੇ ਨੂੰ ਤੇ ਇਸ ਤਰ੍ਹਾਂ ਹਮਲੇ ਕਰਨੇ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ ਪੰਜਾਬ ਦੀ ਸਰਕਾਰ 'ਤੇ ਵੀ ਅਤੇ ਪੁਲਿਸ ਪ੍ਰਸ਼ਾਸਨ 'ਤੇ ਵੀ। ਤਾਂ ਕੀ ਕਾਰਵਾਈ ਹੁੰਦੀ ਆ? ਜਿਵੇਂ ਸ਼ਾਹਿਦ ਨੇ ਦੱਸਿਆ ਕਿ ਪੁਲਿਸ ਨੇ ਕਾਰਵਾਈ ਦਾ ਭਰੋਸਾ ਦਿੱਤਾ ਆ, ਪਰ ਇਹ ਕਾਰਵਾਈ ਹੁੰਦੀ ਆ ਕਿਉਂਕਿ ਲੋਕ ਪਛਾਣੇ ਗਏ ਨੇ, ਸਥਾਨਕ ਲੋਕ ਨੇ, ਹਮਲਾ ਕਰਨ ਵਾਲੇ ਲੋਕਲ ਨੇ, ਤਾਂ ਉਹਨਾਂ ਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਇਸ ਦੇ ਉੱਤੇ ਵੀ ਨਜ਼ਰ ਬਣੀ ਰਹੇਗੀ। ਪਰ ਇੱਕ ਵੱਡਾ ਸਵਾਲ ਆ ਪੰਜਾਬ ਦੇ ਸਾਰੇ ਮਾਹੌਲ ਨੂੰ ਲੈ ਕੇ ਜਾਂ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਸ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਸਮਾਜ ਆ ਇਸ ਤਰ੍ਹਾਂ ਦਾ ਮਾਹੌਲ ਨਹੀਂ ਆ, ਪਰ ਜਿਹੜੇ ਅਨਸਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ। ਮੁਹੰਮਦ ਸ਼ਾਹਿਦ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਇਹ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਓਕੇ, ਤਾਂ ਇਹ ਅਸੀਂ ਤੁਹਾਡੇ ਨਾਲ ਜਿਹੜੀ ਸਾਰੀ ਗੱਲਬਾਤ ਆ ਇਹ ਤੁਹਾਨੂੰ ਦੱਸੀ ਆ ਕਿ ਅੱਜ ਹੁਸ਼ਿਆਰਪੁਰ ਦੇ ਵਿੱਚ ਜਿਸ ਤਰ੍ਹਾਂ ਇਹ ਘਟਨਾ ਵਾਪਰੀ ਆ ਤੇ ਬੜੀ ਚਿੰਤਾਜਨਕ, ਕਿਉਂਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਮਾਹੌਲ ਪੂਰਾ ਖਰਾਬ ਕਰਨ ਦੀ ਸਮਰੱਥਾ ਰੱਖਦੀਆਂ ਹੁੰਦੀਆਂ ਨੇ ਕਿ ਜਿਸ ਤਰ੍ਹਾਂ ਇੱਕ ਧਾਰਮਿਕ ਪਛਾਣ ਨੂੰ ਨਿਸ਼ਾਨਾ ਬਣਾਇਆ ਗਿਆ। ਤਾਂ ਪੰਜਾਬ ਸਰਕਾਰ ਦੇ ਲਈ ਇੱਕ ਵੱਡਾ ਚੈਲੰਜ ਆ, ਕਿਉਂਕਿ ਤੁਸੀਂ ਜਾਣਦੇ ਹੋ ਕਿ ਚੋਣਾਂ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਕੀਤਾ ਗਿਆ ਸੀ ਕਿ ਅਰਵਿੰਦ ਕੇਜਰੀਵਾਲ ਵੱਲੋਂ ਸ਼ਾਂਤੀ ਮਾਰਚ ਵੀ ਕੱਢੇ ਗਏ ਨੇ ਜਾਂ ਹੋਰ ਤਰ੍ਹਾਂ ਦਾ ਇੱਕ ਪੂਰਾ ਮਾਹੌਲ ਸਿਰਜਿਆ ਗਿਆ, ਤਾਂ ਹੁਣ ਜਦੋਂ ਉਹ ਸਰਕਾਰ ਬਣਾ ਚੁੱਕੇ ਨੇ ਤਾਂ ਉਸ ਮੌਕੇ ਧਾਰਮਿਕ ਘੱਟ ਗਿਣਤੀਆਂ ਜਿਵੇਂ ਬਾਕੀ ਹਿੰਦੀ ਭਾਸ਼ੀ ਖੇਤਰਾਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਆ ਉਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਪੰਜਾਬ 'ਚ ਇਸ ਤਰ੍ਹਾਂ ਵਾਪਰਨ ਤਾਂ ਬੜਾ ਇੱਕ ਸਰਕਾਰ ਦੇ ਉੱਤੇ ਇੱਕ ਚੈਲੰਜ, ਇੱਕ ਟਾਈਮ ਆ, ਅਸੀਂ ਕਹਿ ਸਕਦੇ ਹਾਂ ਕਿ ਚੈਲੰਜ ਆ ਕਿ ਕੀ ਉਹ ਇਨਸਾਫ ਦੇ ਸਕਦੀ ਹੈ ਸਰਕਾਰ ਇਸ ਤਰ੍ਹਾਂ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਜਾਂ ਨਹੀਂ। ਉਹ ਇਸ ਕੇਸ ਦੇ ਵਿੱਚ ਵੀ ਹੁਣ ਸਰਕਾਰ ਦੀ ਕਾਰਵਾਈ ਤੋਂ ਜ਼ਰੂਰ ਸਪਸ਼ਟ ਹੋਵੇਗਾ। ਤਾਂ ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਹੋਰ ਅਪਡੇਟਸ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।